वाहिगुरू जी का खालसा वाहिगुरू जी की फतेह। सबनों पहला धन्नवाद दियां धन धन साहब श्री गुरु ग्रंथ साहब महाराज जी का, जिन्हों ने पई प्राप्त मानुख दे होरिया मनुखा जन्म दे के सानू चारां नूं अपने दरबार दे ढाडी होण दा मान बख्शिया। धन्नवाद गुरु की संगत दा, जिन्हों ने छोटी उम्र तो लैके हुण तक था सारा मान ते प्यार बख्शिया। धन्नवाद पंजाबी मां बोली दा, जिन्हें अपनी गोदी च जन्म दिता, अपनी गोदी च पाल पलोस के जवान करके सिख इतिहास ते गुरबाणी दे प्रचार की जिम्मेवारी साडे जुम्मे लाई है। एएस दलेर ने बड़ी सोहनी गल लिखी है। वह कहता सिर ते चौर झुलदा ए दे 5 तख्तां दी राणी, सिर ते चौर झुलदा ए दे 5 तख्तां दी राणी, दुनिया दियां बोलियां दे विचों कोई ना इस दी हाणी, सोने दी पालकी दे विच बैठे सोने दे दरबार, मात भाषा पंजाबी साडी करो इहदा सत्कार, इहदा जिन्ना बनदा हो सके सत्कार करिए। आओ उस मां पंजाबण दे बारे करतार सिंह बलगण ने एक गल लिखी है शहीदी खुमारियां किताब दे विच। वो कहंदा 5 नदियां दी धरत है जग उत्ते, जिहड़ी मौत दी हिक ते वसदी है, इक्को मां पंजाबण अणख बदले जिहड़ी पुੱਤ मरवा के हसदी है। इसे पंजाब दी सिफत दे विच गुरदित सिंह कुंदन ने एक गल लिखी आ, कहंदा खैबर दे बूहे अगे बैरी दी हिक उत्ते झुलदा सी झंडा मेरे सोहणे जे पंजाब दा, खैबर दे बूहे अगे बैरी दी हिक उत्ते झुलदा सी झंडा मेरे सोहणे जे पंजाब दा, सोन चिड़ी वल उक्का झाकना ही छड्ड दित्ता। इन्ना डर पै गया सी इल्ला नूं बाज दा, ਉਹ ਬਾਜ ਵਰਗੇ ਪੁੱਤ ਗੁਰੂ ਗੋਬਿੰਦ ਸਿੰਘ ਮਰ ਦੇ ਸਿਧਾਂਤ ਲੈ ਕੇ ਜਿਹੜੇ ਧਰਤੀ ਦੇ ਉੱਤੇ ਪੈਦਾ ਹੋਏ, ਅੱਜ ਸ਼ਹੀਦਾਂ ਦੇ ਅਸਥਾਨ ਦੇ ਉੱਤੇ ਬੈਠੇ ਹੋ। ਇਹ ਸ਼ਹੀਦਾਂ ਦੇ ਅਸਥਾਨ ਦੇ ਉੱਤੇ ਉਸ ਨਵੇਕਲੇ ਸ਼ਹੀਦ ਦਾ ਪ੍ਰਸੰਗ ਆ ਤੁਹਾਨੂੰ ਸਮਰਪਣ ਕਰਨ ਲੱਗੇ ਆ, ਜਿਨ੍ਹਾਂ ਦੇ ਨਾਲ ਜਿਉਂਦਿਆਂ ਜੀ ਸ਼ਹੀਦ ਦਾ ਖਿਤਾਬ ਜੁੜ ਗਿਆ ਸੀ। ਨਹੀਂ ਤਾਂ ਦੁਨੀਆ ਦੇ ਅੰਦਰ ਅੱਜ ਤੱਕ ਜਿੰਨੇ ਸ਼ਹੀਦ ਹੋਏ ਆ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਆ, ਉਹਨਾਂ ਤੋਂ ਬਾਅਦ ਉਹਨਾਂ ਨੂੰ ਸ਼ਹੀਦ ਆਖਿਆ ਗਿਆ। ਇਕਲੌਤਾ ਸਿੱਖ ਕੌਮ ਦਾ ਵਾਰਿਸ, ਉਹ ਸਿੱਖ ਕੌਮ ਦਾ ਜਥੇਦਾਰ, ਉਹ ਦਮਦਮਾ ਸਾਹਿਬ ਜਿਹਨੂੰ जिन्हां दी जथेदारी दा दिन आने वाला है, आउंदे वक्त नूं ते ओ दुनिया दे अंदर एक ला मिसाल कायम करने वाली ओ शख्सियत, जिन्हां दे बड़े 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 गुरुद्वारे उसर चुके हैं दुनिया दे अंदर, जिन्हां दी याद दे विच लुधियाने शहर दे विच बड़ा बड़ा गुरुद्वारा, ओ नामना खट्टण वाला नौजवान जिन्हां दा नाम सत्कारयोग नाल सिख पंथ बाबा दीप सिंह लैंदा। आ बड़े गौर नाल सुणिओ, बाबा दीप सिंह हुणां दे डेलो पिंड लागे एक पिंड है गुरम पिंड, ਉਹ ਗੁਰਮਾ ਪਿੰਡ ਵੀ ਉਹਨੂੰ ਕਹਿੰਦੇ ਆ, ਉੱਥੇ ਨਾਨਕੇ ਆ। ਬਾਬਾ ਦੀਪ ਸਿੰਘ ਹੁਣਾਂ ਦੀ ਬੰਸ਼ ਲਿਖੀ ਆ ਕਿਰਪਾ ਰਾਮ ਪ੍ਰਭਾਕਰ ਨੇ। ਉਹ ਕਹਿੰਦਾ ਡੱਲੇ ਦਾ ਦੁਲਚੀ, ਦੁਲਚੀ ਦਾ ਕਰਮਾ, ਕਰਮੇ ਦਾ ਭਗਤਾ ਤੇ ਭਗਤੇ ਦਾ ਦੀਪਾ। 1682 ਸਨ ਤੇ 26 ਜਨਵਰੀ ਵਾਲੇ ਦਿਨ ਭਾਈ ਭਗਤਾ ਤੇ ਮਾਤਾ ਜਿਉਣੀ ਦੀ ਕੁੱਖ ਤੋਂ ਇਹ ਰੱਬੀ ਬਾਲ ਦੁਨੀਆ ਦੇ ਉੱਤੇ ਪ੍ਰਗਟ ਹੋਇਆ। ਇਸ ਰੱਬੀ ਬਾਲ ਨੂੰ ਬਾਪ ਆਪਣੇ ਨਾਲ ਖੇਤਾਂ ਦੇ ਵਿੱਚ ਲਿਜਾਣਾ ਸ਼ੁਰੂ ਕੀਤਾ। ਲੋਕੀ ਪਿਆਰ ਦੇ ਨਾਲ ਦੀਪਾ ਦੀਪਾ ਕਹਿੰਦੇ ਆ। ਇੱਕ ਵਾਰ ਆਨੰਦਪੁਰ ਸਾਹਿਬ ਮੱਥਾ ਟੇਕ ਆਏ ਆ। 11 ਸਾਲਾਂ ਦਾ ਹੋਇਆ ਇਹ ਦੀਪਾ ਤੇ 11 ਸਾਲ ਦੀ ਉਮਰ ਹੈ। ਮਾਤਾ ਪਿਤਾ ਇਹਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੇ ਲੈ ਗਏ। ਗੁਰੂ ਗੋਬਿੰਦ ਰਾਏ ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਹਮਣੇ ਤਖਤਾਂ ਤੇ ਬਿਰਾਜਮਾਨ ਹੈ। 16 ਸਾਲ ਛੋਟੇ ਸਨ ਬਾਬਾ ਦੀਪ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ, ਤੇ ਉਹ ਸਾਹਮਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਮਣੇ ਪ੍ਰਤੱਖ ਨੇ। ਕਹਿਣ ਲੱਗੇ ਭਲਿਆ ਤੇਰਾ ਨਾਂ ਕੀ ਆ? ਕਹਿਣ ਲੱਗੇ ਜੀ ਦੀਪਾ। ਕਹਿਣ ਲੱਗੇ ਵਕਤ ਆਵੇਗਾ ਇੱਕ ਦਿਨ ਗਾਵੇਗਾ, ਗੁਰੂ ਦਾ ਦੀਪ ਬਣ ਕੇ ਬੜਿਆਂ ਨੂੰ ਚਾਨਣਾ ਕਰੇਗਾ। ਆ ਕਿਹੋ ਜਿਹਾ ਚਾਨਣਾ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਕੁਝ ਨਵਾਂਪਨ ਕਹਿਣ ਦੀ ਸਤਿਗੁਰੂ ਸੱਚੇ ਪਾਤਸ਼ਾਹ ਸਮਰੱਥਾ ਬਖਸ਼ਣ ਕਰਨ। ਦੁਨੀਆ ਦੇ ਅੰਦਰ ਬੜੇ ਬਾਕਮਾਲ ਲਿਖਾਰੀ ਹੋਏ ਨੇ। ਲਿਖਾਰੀ ਅਸਲ ਦੇ ਵਿੱਚ ਕਿਹਾ ਕਿਹਨੂੰ ਜਾਂਦਾ ਹੈ? ਅੱਜ ਤਾਂ ਬਹੁਤ ਪੰਜਾਬੀ ਦੀਆਂ ਕਿਤਾਬਾਂ ਆ ਗਈਆਂ ਨਾ, ਮੰਨ ਲਓ ਮੇਰੇ ਦਿਲ ਦੇ ਵਿੱਚ ਕੋਈ ਹਾਵ ਭਾਵ ਆਇਆ ਤੇ ਮੈਂ ਕਿਤਾਬ ਲਿਖ ਦਿੰਦਾ। ਮੇਰੀਆਂ 2 ਕਿਤਾਬਾਂ ਜਦੋਂ ਮਾਰਕੀਟ 'ਚ ਆ ਜਾਂਦੀਆਂ ਤੇ ਉਹਨੂੰ ਵੀ ਅਸੀਂ ਲਿਖਾਰੀ ਕਹਿਣਾ ਸ਼ੁਰੂ ਕਰ ਦਿੰਦੇ ਆ। ਅਸਲ ਦੇ ਅੰਦਰ ਲਿਖਾਰੀ ਹੁੰਦਾ ਕੌਣ ਹੈ? ਜਿਹੜੇ ਸੂਝਵਾਨ ਲੋਕ ਨੇ ਉਹਨਾਂ ਕੋਲ ਪੁੱਛਿਓ ਕਦੇ। ਇਸ ਪੰਜਾਬ ਦੀ ਧਰਤੀ ਦੇ ਉੱਤੇ ਉਹ ਲਿਖਾਰੀ ਹੋਏ ਨੇ ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੀੜਾਂ ਲਿਖੀਆਂ ਨੇ। ਇਤਿਹਾਸਕ ਤੌਰ ਤੇ ਸਿੱਖ ਕੌਮ ਦੇ ਕੋਲ ਬਾਬਾ ਦੀਪ ਸਿੰਘ, ਗਿਆਨੀ ਮਨੀ ਸਿੰਘ ਜਿਹੜੇ ਸ਼ਹੀਦ ਨੇ ਜਿਨ੍ਹਾਂ ਦਾ ਬੰਦ ਕੱਟਿਆ ਗਿਆ। ਉਹ ਤੋਂ ਬਾਅਦ ਭਾਈ ਸੁਬੇਗ ਸਿੰਘ ਇਹ ਲਿਖਾਰੀ ਨੇ। ਬਾਬਾ ਭਾਈ ਗੁਰਦਾਸ ਲਿਖਾਰੀ ਨੇ, ਕਿਉਂਕਿ ਲਿਖਾਰੀ ਉਹ ਹੁੰਦਾ ਜਿਹੜਾ ਜਿਹਦਾ ਕੰਮ ਸਿਰਫ ਲਿਖਣ ਵਾਲਾ ਹੁੰਦਾ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਬੋਲਦੇ ਰਹੇ ਤੇ ਭਾਈ ਗੁਰਦਾਸ ਜੀ ਲਿਖਦੇ ਰਹੇ। ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲਦੇ ਰਹੇ, ਬਾਬਾ ਦੀਪ ਸਿੰਘ ਸਾਹਿਬ ਲਿਖਦੇ ਰਹੇ। ਬਾਲਮੀਕ ਲਿਖਾਰੀ ਹੋਇਆ ਇਸ ਪੰਜਾਬ ਦੀ ਧਰਤੀ ਦਾ। ਲਿਖਾਰੀ ਸਿਰਫ ਉਹਨੂੰ ਕਿਹਾ ਜਾਂਦਾ ਜਿਹੜਾ ਲਿਖਦਾ ਹੈ, ਜਿਹਦੇ ਹਾਵ ਭਾਵ ਮਨ ਚਾਹੇ ਜਿਹੜਾ ਬੁਲਾਰਾ ਹੁੰਦਾ ਉਹਨੂੰ ਲਿਖਾਰੀ ਨਹੀਂ ਆਖਿਆ ਜਾਂਦਾ। ਆ ਬੜੇ ਗੌਰ ਨਾਲ ਸੁਣਿਓ, ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਬਿਰਾਜਮਾਨ ਹੋਏ। ਮਾਤਾ ਸਾਹਿਬ ਕੌਰ
ਤੇ ਮਾਤਾ ਜੀਤੋ ਨੂੰ ਆਖਿਆ, ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਨੂੰ ਸਤਿਗੁਰਾਂ ਆਖਿਆ ਵੀ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਬਾਬਾ ਦੀਪ ਸਿੰਘ ਸਾਹਿਬ ਆਪਣੇ ਪਿੰਡ ਦੇ ਵਿੱਚ ਚਲੇ ਗਏ ਸਨ 1703 ਦੇ ਵਿੱਚ। ਆ 11 ਸਾਲਾਂ ਦੀ ਉਮਰ ਤੇ ਉਦੋਂ ਥਾਪੜਾ ਮਿਲ ਗਿਆ। ਆ ਮੈਂ ਸੰਖੇਪ ਚ ਕਰ ਲੱਗਿਆ, ਦਮਦਮਾ ਸਾਹਿਬ ਦੀ ਧਰਤੀ ਤੇ ਚਿੱਠੀ ਪਾ ਕੇ ਬਾਬਾ ਦੀਪ ਸਿੰਘ ਸਾਹਿਬ ਨੂੰ ਦੁਬਾਰਾ ਸੱਦਿਆ ਗਿਆ। ਦਮਦਮਾ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਕਿਉਂ ਸੱਦਿਆ? ਆ ਬੜੇ ਗੌਰ ਨਾਲ ਸੁਣਿਓ। ਬਾਬਾ ਦੀਪ ਸਿੰਘ ਹੁਣਾਂ ਕੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਬੀੜਾਂ ਲਿਖਵਾਉਣ ਦੀ ਸੇਵਾ ਕਰਨੀ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੀੜਾਂ ਲਿਖਵਾਉਣ ਦੀ ਜੇ ਸੇਵਾ ਕਰਨੀ ਹੈ, ਬਾਬਾ ਦੀਪ ਸਿੰਘ ਹੁਣਾਂ ਦੇ ਹੱਥ ਦੇ ਵਿੱਚ ਉਸ ਰੱਬੀ ਅਕਾਲ ਪੁਰਖ ਨੇ ਇੱਕ ਹੁਨਰ ਦਿੱਤਾ। ਇੱਕ ਤਾਂ ਉਹਨਾਂ ਨੂੰ ਕਲਮਾਂ ਬੜੀਆਂ ਸੋਹਣੀਆਂ ਘੜਨੀਆਂ ਆਉਂਦੀਆਂ ਨੇ, ਇੱਕ ਉਹਨਾਂ ਦੀ ਲਿਖਾਈ ਬੜੀ ਸੁੰਦਰ ਹੈ। ਬਾਬਾ ਦੀਪ ਸਿੰਘ ਸਾਹਿਬ ਤਿੰਨਾਂ ਨੂੰ ਦਮਦਮਾ ਸਾਹਿਬ ਦੇ ਅੰਦਰ ਬੀੜ ਲਿਖਣ ਦੀ ਸੇਵਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸੰਭਾਲ ਕੇ ਗਏ। ਜਾਂਦੇ ਜਾਂਦੇ ਇਸੇ ਮਹੀਨੇ ਦੀ 30 ਅਕਤੂਬਰ ਜਿਹੜੀ ਆਉਣ ਵਾਲੀ ਹੈ ਨਾ, ਨੋਟ ਕਰਿਓ, 30 ਅਕਤੂਬਰ 1706 ਨੂੰ ਬਾਬਾ ਦੀਪ ਸਿੰਘ ਹੁਣਾਂ ਨੂੰ ਦਮਦਮਾ ਸਾਹਿਬ ਦਾ ਪਹਿਲਾ ਜਥੇਦਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਣਾਇਆ। ਜਥੇਦਾਰ ਥਾਪ ਕੇ ਸਤਿਗੁਰੂ ਚਾਲੇ ਪਾ ਦਿੱਤੇ ਆ। 1715 ਤੋਂ ਲੈ ਕੇ 1726 ਤੱਕ 11 ਸਾਲਾਂ ਦੇ ਅੰਦਰ 11 ਸਾਲਾਂ ਦੇ ਅੰਦਰ 4 ਬੀੜਾਂ ਆਪਣੇ ਹੱਥੀ ਬਾਬਾ ਦੀਪ ਸਿੰਘ ਹੁਣਾਂ ਨੇ ਲਿਖੀਆਂ ਨੇ। ਅੱਜ ਤਾਂ ਪੰਜਾਬੀਆਂ ਦੇ ਪੁੱਤਾਂ ਨੂੰ ਇੱਕ ਬੀੜ ਪੜ੍ਹਨੀ ਔਖੀ ਹੋਈ ਪਈ ਆ ਨਾ, ਕਿਤੇ ਸਹਿਜ ਪਾਠ। ਅੱਜ ਦੇ ਜ਼ਮਾਨੇ ਦੇ ਅੰਦਰ ਸਹਿਜ ਪਾਠ ਕਰਨਾ ਇਹ ਵੀ ਬੜਾ ਜਿਗਰੇ ਵਾਲਾ ਕੰਮ ਹੈ। ਆ ਜਿੰਨੀ ਦੇਰ ਤੱਕ 2 GB ਨੈਟ ਨਹੀਂ ਮੁੱਕਦਾ, ਅੱਜ ਦੇ ਪੰਜਾਬ ਦੇ ਨੌਜਵਾਨ ਦੀ ਜਾਨ ਨਹੀਂ ਮੁੱਕਦੀ। ਨਹੀਂ ਤਾਂ ਜੇ ਕਿਤੇ ਮੋਬਾਈਲ ਤੇ ਹੀ ਸਹਿਜ ਪਾਠ ਕਰਨਾ ਹੋਵੇ ਨਾ, 15 ਮਿੰਟ ਲੱਗਦੇ ਆ ਇੱਕ ਅੰਗ ਪੜ੍ਹਨ ਨੂੰ। ਮੋਬਾਈਲ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਪੜ੍ਹਨ ਨੂੰ 15 ਮਿੰਟ ਲੱਗਦੇ ਆ ਇੱਕ ਅੰਗ ਪੜ੍ਹਨ ਨੂੰ। ਇਸ 24 ਘੰਟਿਆਂ ਦੇ ਵਿੱਚ ਇਹਦੇ ਕੋਲ ਅੱਜ 15 ਮਿੰਟ ਨਹੀਂ ਨਿਕਲਦੇ। ਅਸੀਂ ਸਰਕਾਰਾਂ ਨੂੰ ਮਿਹਣੇ ਮਾਰਦੇ ਆ ਨਾ, ਅੱਜ ਪੰਜਾਬੀਆਂ ਦੇ ਪੁੱਤ ਵੀ ਅਸੀਂ ਡਿਗਰੀਆਂ ਡਿਪਲੋਮੇ ਚੱਕੀ ਫਿਰਦੇ ਆ। ਸਾਨੂੰ ਕੋਈ ਮਾਲਕ ਸੱਚੇ ਪਾਤਸ਼ਾਹ ਕਿਰਪਾ ਕਰੇ ਵੀ ਸਾਨੂੰ ਕੋਈ ਨੌਕਰੀ ਨਹੀਂ ਦਿੰਦਾ। ਆ ਸੁਣਿਓ ਜਰਾ, ਜੇ ਕਿਤੇ ਜਿਹੜੀ ਟੱਚ ਤੂੰ ਘਸਾਉਣਾ ਨਾ ਮੋਬਾਈਲ ਦੇ ਉੱਤੇ, ਟੈਬ ਦੇ ਉੱਤੇ, ਲੈਪਟਾਪ ਦੇ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਇੱਕ ਵਾਰੀ ਟੱਚ ਘਸਾਤਾ ਸਹੀ ਸੁਖਮਣੀ ਸਾਹਿਬ ਦੇ ਗੁਟਕੇ ਦੇ ਉੱਤੇ, ਇੱਕ ਵਾਰੀ ਟੱਚ ਘਸਾਤਾ ਸਹੀ ਜਪਜੀ ਸਾਹਿਬ ਦੇ ਗੁਟਕੇ ਦੇ ਉੱਤੇ, ਇੱਕ ਵਾਰੀ ਟੱਚ ਘਸਾਤਾ ਸਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੀੜਾਂ ਦੇ ਉੱਤੇ, ਪੋਥੀਆਂ ਦੇ ਉੱਤੇ। ਜਾ ਤੇਰੇ ਹੱਥ ਦੇ ਵਿੱਚ ਬਰਕਤਾਂ ਪਾ ਦੇਗਾ ਗੁਰੂ ਨਾਨਕ ਦੇ ਮਲ। ਤੂੰ ਆਪ ਮਾਰੇ ਦੁਨੀਆ ਨੂੰ ਕਹੇਗਾ ਵੀ ਖਾਵੋ ਖਰਚੇ ਰਲ ਮਿਲ ਪਾਈ, ਤੋਟ ਨਾ ਆਵੇ ਵਾਧੋ ਜਾਈ। ਜੇ ਟੱਚ ਘਸਾਉਣੀ ਹੈ ਤੇ ਘਸਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੰਨਿਆਂ ਦੇ ਉੱਤੇ ਤੇਰੇ ਹੱਥਾਂ 'ਚ ਮਹਾਰਾਜ ਬਰਕਤ ਪਾਵੇਗਾ। 11 ਸਾਲਾਂ ਦੇ ਅੰਦਰ 4 ਤਾਰੇ ਕੀਤੀ ਆ। ਇੱਕ ਬੀੜ ਬਾਬਾ ਦੀਪ ਸਿੰਘ ਹੁਣਾਂ ਲਿਖੀ ਪੂਰੀ ਅਰਬੀ ਭਾਸ਼ਾ ਦੇ ਵਿੱਚ, ਜਿਹੜੀ ਬਗਦਾਦ ਦੀ ਯੂਨੀਵਰਸਿਟੀ ਦੇ ਵਿੱਚ ਪਈ ਆ। ਉਹ ਕੌਮ ਦਾ ਜਥੇਦਾਰ, ਉਹਨੂੰ ਨੇਜੇਬਾਜੀ ਬੜੀ ਵਧੀਆ ਆਉਂਦੀ ਆ, ਉਹ ਕੀਰਤਨ ਬੜਾ ਸੋਹਣਾ ਕਰਦੇ ਆ, ਉਹ ਢਾਡੀ ਬੜੇ ਵਧੀਆ ਸਨ। ਆ ਚੱਲਦੇ ਪੜਾ ਦੇ ਵਿੱਚ ਦੱਸਾਂਗੇ ਜਿਹੜੇ 1715 ਤੋਂ ਲੈ ਕੇ 1726 ਤੱਕ ਜਿਹੜੀਆਂ 4 ਬੀੜਾਂ ਦੀ ਸੇਵਾ ਬਾਬਾ ਦੀਪ ਸਿੰਘ ਹੁਣਾਂ ਆਪਣੇ ਹੱਥਾਂ ਨਾਲ ਲਿਖੀ ਹੈ। ਤੇ ਬਾਬਾ ਦੀਪ ਸਿੰਘ ਨੂੰ 30 ਅਕਤੂਬਰ 1706 ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਮਦਮਾ ਸਾਹਿਬ ਦਾ ਜਥੇਦਾਰ ਥਾਪ ਕੇ ਚੱਲੇ ਆ। ਤੇ ਜਿਹੜੀ ਉਹਨਾਂ ਨੇ ਬੀੜਾ ਲਿਖਣ ਦੀ ਸੇਵਾ ਸੰਭਾਲ ਕੀਤੀ ਆ, ਆਪ ਰੱਬ ਵਰਗੀ ਸੰਗਤ ਦੇ ਸਾਹਮਣੇ ਲੁਧਿਆਣੇ ਵਾਲਿਆਂ ਦਾ ਢਾਡੀ ਜੱਥਾ ਇਉਂ ਬਿਆਨ ਕਰਦਾ। ਧਰਤੀ ਭਾਗਾਂ ਵਾਲੀ, ਜਿੱਥੇ ਬੈਠਾ ਬੱਬਰ ਅਕਾਲੀ। ਤਾਨੇ ਹੋ ਧਰਤੀ ਭਾਗਾਂ ਵਾਲੀ, ਜਿੱਥੇ ਬੈਠਾ ਬੱਬਰ ਅਕਾਲੀ। ਉਹ ਸ਼ਸਤਰਧਾਰੀ ਹੋਦਾ, ਸ਼ਸਤਰਧਾਰੀ ਹੋਦਾ ਤੇ ਜੁੱਤਾਂ ਦਾ ਵਾਲੀ ਐ। ਲਿਖੜੇ
जिसने सेब संभाली है। लिखने गुरु ग्रंथ दी जिसने सेब संभाली है। धन्यो माता जिसने जिसने जनिया धन्यो माता जिसने गुर का सिख बनाता हो जीवन गुर चरना विच लाता। गुर चरना विच लाता उच्ची पदवी पारी है। लिखने गुरु ग्रंथ दी जिसने सेब संभाली है। लिखने गुरु ग्रंथ दी जिसने सेब संभाली है। अवस्था ब्रह्म ज्ञानी मुक्ते चमके नूर रानी हो उच्ची अवस्था ब्रह्म ज्ञानी मुक्ते चमके नूर रूहानी। जो चढ़दा सूरज चढ़ते चढ़दा सूरज चढ़ते ओ मुखड़े लिखने गुरु ग्रंथ दी जिसने सेब संभाली है। लिखने गुरु ग्रंथ दी जिसने सेब संभाली है। मर्द जोशीले जिसने दुश्मन पाए पीले पुराने बिरले मर्द जोशीले जिसने दुश्मन पाए पीले। जान कमल जी कीले जान कमल जी कीले जत्थे सिफत सुना दी है। लिखने गुरु ग्रंथ दी जिसने सेब संभाली है। लिखने गुरु ग्रंथ दी जिसने सेब संभाली है। लिखने गुरु ग्रंथ दी जिसने सेब संभाली है। हो ते हस्त पुनीत पवित्र है मेरी जिंदड़ीए जो हर जस हर हर लेखै राम। ओ हथ ते पैर पवित्र है ਜਿਹੜੇ ਹਰੀ ਪਰਮੇਸ਼ਰ ਦਾ ਨਾਮ ਲਿਖਦੀਆਂ ਨੇ। ਜਿਹੜੀਆਂ ਕਲਮਾਂ ਹਰੀ ਪਰਮੇਸ਼ਰ ਨੂੰ ਲਿਖਦੀਆਂ ਨੇ ਉਹ ਹੱਥ ਤੇ ਪੈਰ ਪਵਿੱਤਰ ਹੈ। ਇਹ ਮਾਣ ਭਾਈ ਗੁਰਦਾਸ ਜੀ ਨੂੰ, ਇਹ ਮਾਣ ਗਿਆਨੀ ਮਨੀ ਸਿੰਘ ਹੁਣਾਂ ਨੂੰ, ਇਹ ਮਾਣ ਬਾਬਾ ਦੀਪ ਸਿੰਘ ਹੁਣਾਂ ਨੂੰ, ਇਹ ਮਾਣ ਉਹ 52 ਕਵੀਆਂ ਨੂੰ, ਇਹ ਮਾਣ ਗੁਰੂ ਗੋਬਿੰਦ ਸਿੰਘ ਮਰ ਦੇ ਦਰ ਘਰ ਦੇ 40 ਲਿਖਾਰੀਆਂ ਨੂੰ, ਜਿਨ੍ਹਾਂ ਇਹ ਮਾਣ ਗੁਰੂ ਗੋਬਿੰਦ ਸਿੰਘ ਮਰ ਦੇ ਫੁੱਫੜ ਬਾਬਾ ਸਾਧੂ ਜਨ ਜਿਨ੍ਹਾਂ ਕਵਿਸ਼ਰੀ ਲਿਖੀ, ਸਾਹਿਤ ਲਿਖਿਆ। याद रखियो जे दोबारा बोलन लग्या 1715 तो लैके 1726 तक दमदमा साहब दे जथेदार बनने तो बाद 4 बीड़ा
ਲਿਖ ਕੇ ਆਪਣੇ ਹੱਥਾਂ ਦੇ ਨਾਲ ਸਿੱਖ ਕੌਮ ਦੀ ਝੋਲੀ 'ਚ ਪਾਈਆਂ। ਇੱਕ ਬੀੜ ਅਰਬੀ ਭਾਸ਼ਾ 'ਚ ਲਿਖੀ ਹੈ ਜਿਹੜੀ ਬਗਦਾਦ ਦੀ ਯੂਨੀਵਰਸਿਟੀ 'ਚ ਪਈ ਹੈ ਬਾਬਾ ਦੀਪ ਸਿੰਘ ਹੋਣਾ। ਆ ਸੁਣਿਓ, ਕਲਮ 'ਚ ਕਿੰਨੀ ਕੁ ਜਾਨ ਹੋਇਆ ਕਰਦੀ ਆ। ਉਹ ਕਲਮਾਂ ਜਿਉਂਦੀਆਂ ਰਹਿੰਦੀਆਂ ਜਿਹੜੀਆਂ ਸੱਚ ਦਾ ਸਾਥ ਦਿੰਦੀਆਂ ਨੇ, ਜਿਹੜੀਆਂ ਕਲਮਾਂ ਝੂਠ ਦੇ ਅੱਖਰ ਪਾਉਂਦੀਆਂ ਨੇ ਉਹ ਕਲਮਾਂ ਸੜ ਬਣ ਜਾਂਦੀਆਂ ਨੇ। ਕਲਮ ਦੇ ਵਿੱਚ ਕਿੰਨੀ ਕੁ ਤਾਕਤ ਹੋਇਆ ਕਰਦੀ ਹੈ। ਜਗਬੀਰ ਭੁੱਲਰ ਦਾ ਇੱਕ ਸ਼ੇਰ ਹੈ, ਉਹ ਕਹਿੰਦਾ ਕਲਮ ਹੈ ਮੇਰੇ ਕੋਲ ਸ਼ੁਰਾ ਕੋਈ, ਕਲਮ ਹੈ ਮੇਰੇ ਕੋਲ ਸ਼ੁਰਾ ਕੋਈ ਨਹੀਂ, ਜੇ ਹਜੇ ਵੀ ਨਾ ਟਲਿਓ ਤੇ ਮੇਥੋਂ ਬੁਰਾ ਕੋਈ ਨਹੀਂ, ਜੇ ਹਲੇ ਵੀ ਨਾ ਟਲਿਆ ਤੇ ਮੇਥੋਂ ਬੁਰਾ ਕੋਈ ਨਹੀਂ। ਆ ਕਲਮਾਂ ਚਲਾਉਣ ਵਾਲੇ, ਕਲਮਾਂ ਘੜਨ ਵਾਲੇ, ਲਿਖਾਈ ਬੜੀ ਸੋਹਣੀ ਆ। ਦਮਦਮਾ ਸਾਹਿਬ ਦੇ ਜਥੇਦਾਰ ਬਣੇ, ਮੂੰਹ ਆ ਅੱਖਰ ਕਹਿਣ ਲੱਗਿਆ। ਬਾਬਾ ਦੀਪ ਸਿੰਘ ਨੂੰ 30 ਅਕਤੂਬਰ 1706 ਨੂੰ ਦਮਦਮਾ ਸਾਹਿਬ ਦੇ ਪਹਿਲੇ ਜਥੇਦਾਰ ਬਣਾਇਆ। ਕੁਝ ਨਵੇਕਲੇ ਪੱਖ ਨੇ ਉਹਨਾਂ ਦੀ ਜ਼ਿੰਦਗੀ ਦੇ ਅੰਦਰ, ਸਾਡੇ ਕੋਲ ਇੱਕ ਹੀ ਪੱਖ ਸਾਹਮਣੇ ਆਇਆ ਹਲੇ ਤੱਕ ਸ਼ਹੀਦੀ ਦਾ, ਪਰ ਨਵੇਕਲੇ ਪੱਖਾ ਦਾਤਾ ਆਪ ਸਰਬ ਸੰਗਤ ਦੇ ਸਾਹਮਣੇ ਕਹਿਣ ਦਾ ਬਲ ਬਖਸ਼ੇ। ਬੜੇ ਵਿਦਵਾਨ ਢਾਡੀ ਇਸ ਸੰਗਤ ਦੇ ਵਿੱਚ ਬੈਠੇ ਨੇ, ਢਾਡੀ ਜਸਕਰਨ ਸਿੰਘ, ਢਾਡੀ ਗੁਰਪ੍ਰੀਤ ਸਿੰਘ ਗੁਲਸ਼ਨ, ਜਿਹੜੇ ਇੰਟਰਨੈਟ ਮਾਧਿਅਮ ਰਾਹੀਂ ਗੁਲਸ਼ਨ ਮਹਿਕਾ ਚੈਨਲ ਰਾਹੀਂ YouTube ਤੇ Facebook ਦੇ ਉੱਤੇ ਲਾਈਵ ਇਸ ਪ੍ਰੋਗਰਾਮ ਨੂੰ ਲਾਈਵ ਕਵਰੇਜ ਕਰ ਰਹੇ ਨੇ। ਇਹ ਦੋਨੇ ਵੀਰ ਬੜੀ ਸੋਹਣੀ ਢੱਡ ਵਜਾਉਂਦੇ ਨੇ, ਗਾਉਂਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਨੂੰ ਕਾਬਲੇ ਗੌਰ ਗੁਣ, ਇਹਨਾਂ ਨੂੰ ਪੰਥ ਦੀ ਸੇਵਾ ਕਰਨ ਦਾ ਮਾਨ ਬਲ ਬਖਸ਼ਣ। ਖੈਰ ਆ ਮੇਰੇ ਕੋਲ ਸਮਾਂ ਘੱਟ ਹੈ, ਸਤਿਗੁਰੂ ਦਾਤਾ ਕੁੱਜੇ 'ਚ ਸਮੁੰਦਰ ਬੰਦ ਕਰਾਵੇ। ਦਮਦਮਾ ਸਾਹਿਬ ਦਾ ਜਥੇਦਾਰ ਕਿਹੋ ਜਿਹਾ? ਪਹਿਲਾ ਆ ਬੜੇ ਗੌਰ ਨਾਲ ਸੁਣਿਓ, ਇੱਟਾਂ ਦੇ ਭੱਠੇ ਲਵਾਏ ਬਾਬਾ ਦੀਪ ਸਿੰਘ ਸਾਹਿਬ ਦਮਦਮਾ ਸਾਹਿਬ ਦੀ ਧਰਤੀ ਤੇ। ਇੱਥੇ ਬਸ ਨਹੀਂ, ਬੁੰਗਾ ਬਣਾਇਆ ਜਿਹੜਾ 4 ਮੰਜ਼ਲੀਆਂ ਤੇ ਉਹਦੀਆਂ 53 ਪੌੜੀਆਂ ਨੇ, ਉਹ ਬਾਬਾ ਦੀਪ ਸਿੰਘ ਹੁਣਾ ਆਪ ਬਣਾਇਆ। ਬੇਰੀਆਂ ਦੇ ਦਰਖਤ ਲਵਾਏ ਬਾਬਾ ਦੀਪ ਸਿੰਘ। ਘਰ ਦੇ ਵਿੱਚ ਕੋਈ ਬੇਰੀ ਬੀਜਣ ਲੱਗੇ ਨਾ ਤੇ ਗਵਾਂਢੀ ਨਾਲ ਦਾ ਕਹਿ ਦਿੰਦਾ ਵੀ ਘਰ 'ਚ ਕੰਡੇ ਬੀਜਣ ਲੱਗਿਆ। ਤੇ ਸਾਡੇ ਬਾਬਾ ਦੀਪ ਸਿੰਘ ਹੁਣਾਂ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਬੇਰੀਆਂ ਲਵਾਈਆਂ। ਦਰਬਾਰ ਸਾਹਿਬ ਦੀ ਧਰਤੀ ਦੇ ਉੱਤੇ 3 ਬੇਰੀਆਂ ਨੇ, ਦੁੱਖ ਭੰਜਨੀ ਬੇਰੀ, ਬਾਬਾ ਬੁੱਢਾ ਵਾਲੀ ਬੇਰ, ਇਲਾਇਚੀ ਬੇਰ। ਜਦੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਅੰਮ੍ਰਿਤਸਰ ਦਰਬਾਰ ਸਾਹਿਬ ਦਾ ਟੱਕ ਲਾਇਆ, ਉਦੋਂ ਗਿਆਨੀ ਕਿਰਪਾਲ ਸਿੰਘ ਲਿਖਦਾ ਵੀ 22 ਬੇਰੀਆਂ ਦਾ ਬਾਗ ਸੀ, 22 ਬੇਰੀਆਂ ਦੇ ਝੁੰਡ ਦੇ ਥੱਲੇ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਦਾ ਟੱਕ ਲੱਗਿਆ। ਫੇਰ ਕੀ ਸਾਡਾ ਗੁਰੂ ਗੁਰਦੁਆਰਿਆਂ 'ਚ ਕੰਡੇ ਬੀਜ ਗਿਆ? ਨਹੀਂ, ਬੇਰੀਆਂ ਅਕਲ ਦਿੰਦੀਆਂ ਨੇ ਸਿੱਖ ਨੂੰ, ਬੇਰੀਆਂ ਮੱਥਾ ਟੇਕਣ ਵਾਲੇ ਨੂੰ ਅਕਲ ਦਿੰਦੀਆਂ ਨੇ। ਕੰਡੇ ਨੇ, ਕੰਡਿਆਂ ਦੇ ਉੱਤੇ ਮਿੱਠੇ ਬੇਰ ਲੱਗੇ ਹੁੰਦੇ ਨੇ। ਆਹ ਜਿਹੜਾ ਸਿੱਖੀ ਦਾ ਰਸਤਾ ਨਾ, ਇਹ ਬੜਾ ਕੰਡਿਆਲਾ ਰਸਤਾ ਹੈ। ਇਸ ਕੰਡਿਆਲੇ ਰਸਤੇ ਦੇ ਉੱਤੇ ਤਰੇਗਾ ਤਾਂ ਤੈਨੂੰ ਮਿੱਠੇ ਬੇਰ ਪ੍ਰਾਪਤ ਹੋਣੇ ਨੇ। ਬੇਰੀਆਂ ਅਕਲ ਦਿੰਦੀਆਂ ਨੇ ਸਾਨੂੰ, ਬੇਰੀਆਂ ਯਾਦ ਕਰਾਉਂਦੀਆਂ ਨੇ ਸਾਨੂੰ ਗੁਰੂ ਦਾ ਦਿੱਤਾ ਆਸਰਾ ਯਾਦ ਕਰਾਉਂਦੀਆਂ ਨੇ ਵੀ ਇਹਨਾਂ ਬੇਰੀਆਂ ਥੱਲੇ ਗੁਰੂ ਬੈਠ ਕੇ ਗਿਆ ਹੋਇਆ। ਉਸ ਗੁਰੂ ਨੂੰ ਚੇਤੇ ਰੱਖਿਓ ਜਿਹੜਾ ਸਾਡੀ ਛਾਵੇਂ ਬੈਠ ਕੇ ਰਿਹਾ। ਜੇ ਤੁਸੀਂ ਉਸ ਗੁਰੂ ਦੀ ਛਾਵੇਂ ਬੈਠੋਗੇ ਤਾਂ ਤੁਹਾਡੇ ਟੱਬਰ ਦੇ ਉੱਤੇ, ਪਰਿਵਾਰ ਦੇ ਉੱਤੇ ਕਿਰਪਾ ਹੋਣੀ ਆ। ਖੈਰ ਬੜਾ ਕੰਮ ਸਾਹਿਬ ਦੇ ਜਥੇਦਾਰ ਨੇ ਖੂਬ ਬਣਾਇਆ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ। ਅੱਜ ਵੀ ਜਥੇਦਾਰ ਨੇ ਨਾ ਸਾਡੇ, ਪਰ ਬਾਕਮਾਲ ਬਾਤ ਆ। ਮੈਂ ਮੂੰਹ ਆ ਅੱਖਰ ਕਹਿਣ ਲੱਗਿਆ। ਦਮਦਮਾ ਸਾਹਿਬ ਦੀ ਧਰਤੀ ਤੇ ਬਾਬਾ ਦੀਪ ਸਿੰਘ ਦੇ ਪਸੀਨੇ ਦੀ ਖੁਸ਼ਬੂ, ਬਾਬਾ ਦੀਪ ਸਿੰਘ ਦੇ ਡੁੱਲੇ ਲਹੂ ਦੀ ਖੁਸ਼ਬੂ ਪਤਾ ਨਹੀਂ ਕਿਹੋ ਜੀ ਆ। ਸਾਡੇ 5 ਤਖਤ ਨੇ, ਪਰ 5 ਤਖਤਾਂ ਦੇ ਵਿੱਚੋਂ ਇੱਕ ਗੱਲ ਹੋਰ, ਇਹ ਜਿਹੜੇ 5 ਤਖਤ ਨੇ ਇਹਨਾਂ ਨੂੰ ਗੁਰੂ ਆਪ ਆਪਣੇ ਹੱਥਾਂ ਨਾਲ ਤਖਤ ਲਿਖ ਕੇ ਗਿਆ। ਤੋਸ਼ੇਖਾਨੇ ਵਿੱਚ ਦਮਦਮਾ ਸਾਹਿਬ ਦੇ ਵਿੱਚ ਅੱਜ ਵੀ ਮੋਹਰ ਪਈ ਹੈ ਗੁਰੂ ਗੋਬਿੰਦ ਸਿੰਘ ਮਰਦੀ, ਜਿਹਦੇ ਉੱਤੇ ਲਿਖਿਆ ਹੋਇਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਾ ਤਖਤ। ਤਾਂ ਕਰਕੇ ਤਖਤ ਹੈ, ਨਹੀਂ ਤਾਂ ਇਹ ਥੋੜਨਾ ਵੀ ਕੱਲ ਨੂੰ ਸਾਰਾ ਪੰਥ ਗੁਰਦੁਆਰਾ ਦੁਖਨਿਵਾਰਨ ਸਾਹਿਬ ਲੁਧਿਆਣੇ ਇਕੱਠਾ ਹੋ ਗਿਆ ਤੇ ਇਹਨੂੰ ਦੋਗੇ, ਮਤਲਬ ਨਹੀਂ ਹੈ। ਇਹ 5 ਤਖਤਾਂ ਨੂੰ ਗੁਰੂ ਆਪਣੇ ਹੱਥਾਂ ਨਾਲ ਤਖਤ ਲੈ ਕੇ ਗਿਆ। ਮੋਹਰਾਂ ਪਈਆਂ ਨੇ ਸਾਡੇ ਕੋਲ, ਤੋਸ਼ੇਖਾਨੇ 'ਚ ਅੱਜ ਵੀ ਮੋਹਰ ਪਈ ਹੈ। ਤੇ ਇਹ ਖੂਹ ਲਵਾਇਆ, ਉਹ ਖੂਹ ਦੇ ਉੱਤੇ ਸ਼ਬੀਲ ਦੇ ਉੱਤੇ ਬਹਿ ਕੇ ਸੇਵਾ ਕਰਦੇ ਆ। ਸਾਡੇ 5 ਤਖਤ ਹੈ, 5 ਤਖਤਾਂ ਦੇ ਵਿੱਚੋਂ ਪਤਾ ਨਹੀਂ ਬਾਬੇ ਦੀਪ ਸਿੰਘ ਦੇ ਡੁੱਲੇ ਲਹੂ ਦੀ ਖੁਸ਼ਬੂ ਕਿਹੋ ਜੀ ਆ। ਜਦੋਂ ਵੀ ਕਿਤੇ ਸਰਕਾਰ ਖਿਲਾਫ ਕੋਈ ਫੈਸਲਾ ਲੈਣਾ ਹੁੰਦਾ ਨਾ, ਜਾਂ ਕੋਈ ਬਾਗੀ ਫੈਸਲਾ ਲੈਣਾ ਹੁੰਦਾ, ਜੁਰਤ ਮੰਗੂ ਜਥੇਦਾਰਾਂ ਮੰਗੂ, ਉਹ ਜਦੋਂ ਦਮਦਮਾ ਸਾਹਿਬ ਦਾ ਜਥੇਦਾਰ ਬੋਲਿਆ, ਉਹ ਭਾਵੇਂ ਗਿਆਨੀ ਕੇਵਲ ਸਿੰਘ, ਉਹ ਭਾਵੇਂ ਬਲਵੰਤ ਸਿੰਘ ਨੰਦਗੜ੍ਹ ਤੇ ਉਹ ਭਾਵੇਂ ਗਿਆਨੀ ਗੁਰਮੁਖ ਸਿੰਘ, ਜਦੋਂ ਵੀ ਬੁੱਕਿਆ ਦਮਦਮਾ ਸਾਹਿਬ ਦਾ ਜਥੇਦਾਰ ਰੁਕਿਆ। ਇਹ ਬਾਬੇ ਦੀਪ ਸਿੰਘ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਹੈ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ, ਵੀ ਜਿਹੜਾ ਉੱਥੋਂ ਦਾ ਜਥੇਦਾਰ ਹੈ ਉਹ ਜੁਰਤ ਦਿਖਾ ਜਾਂਦਾ ਹੈ। ਆ ਤੱਕਿਓ ਕਿੰਨੇ ਕੁ ਕੰਮ ਕੀਤੇ ਨੇ ਇਸ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਦੀਪ ਸਿੰਘ ਹੋਣਾ। ਇਹਨਾਂ 9 ਜੰਗਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ, ਤੇ 1709 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨਾਲ ਮੇਲ ਹੋ ਗਿਆ। ਛੱਤ ਬਨੂੜ ਦੀ ਜੰਗ, ਸਮਾਣੇ ਦੀ ਜੰਗ, ਸਹਾਰਨਪੁਰ ਦੀ ਜੰਗ, ਸਰਹੰਦ ਦੀ ਜੰਗ, ਤੇ ਚੱਪੜਚਿੜੀ ਦੇ ਮੈਦਾਨ ਦੇ ਵਿੱਚ ਬਾਬਾ ਦੀਪ ਸਿੰਘ ਹੋਣਾ ਦਾ ਦੰਦ ਟੁੱਟ ਗਿਆ। 15 ਜੰਗਾਂ ਇਹ ਹੋ ਗਈਆਂ। ਛੋਟੇ ਕੱਲੂਕਾਰੇ ਦੇ ਵਿੱਚ ਮੂਹਰੇ ਹੋ ਕੇ ਲੜੇ ਬਾਬਾ ਦੀਪ ਸਿੰਘ ਆਪ। 1762 ਨੂੰ ਵੱਡੇ ਕੱਲੂਕਾਰੇ ਦੇ ਵਿੱਚ ਬਾਬਾ ਦੀਪ ਸਿੰਘ ਇੱਧਰ ਜਦੋਂ ਜੰਗ ਲੜਨ ਆਏ ਆ
ਤੇ ਭਾਈ ਤਖਤ ਸਿੰਘ ਜਿੰਦਾ ਸ਼ਹੀਦ ਜੀ ਨੇ ਫਿਰੋਜ਼ਪੁਰ ਦੀ ਧਰਤੀ ਤੇ ਪਹਿਲਾ ਕੰਨਿਆ ਕਾਲਜ ਖੋਲਿਆ ਨਾ 500 ਲੜਕੀਆਂ ਦੇ ਹੋਸਟਲ ਵਾਲਾ, ਪਹਿਲਾ ਕੰਨਿਆ ਕਾਲਜ ਖੋਲਿਆ। ਇਹ ਉਹਨਾਂ ਦੀ ਖੋਜ ਹੈ। ਜਿਹੜਾ ਅਹਿਮਦਗੜ੍ਹ ਮੰਡੀ ਦਾ ਸਟੇਸ਼ਨ ਆ ਨਾ, ਉਹ ਸਟੇਸ਼ਨ ਤੇ ਪਹਿਲਾਂ ਢਾਬ ਹੁੰਦੀ ਸੀ। ਬਾਬਾ ਦੀਪ ਸਿੰਘ ਨੇ ਆਪਣਾ ਘੋੜਾ ਖੜਾ ਕੇ ਉਸ ਢਾਬ ਤੋਂ ਪਾਣੀ ਪੀਤਾ ਜਿੱਥੇ ਅੱਜ ਕੱਲ ਅਹਿਮਦਗੜ੍ਹ ਦਾ ਸਟੇਸ਼ਨ ਹੈ। ਇਹ ਗੱਲ ਭਾਈ ਤਖਤ ਸਿੰਘ ਜਿੰਦਾ ਸ਼ਹੀਦ ਉਹਨਾਂ ਲਿਖੀ ਆ। ਯਾਦਗਾਰ ਹੈ ਅਹਿਮਦਗੜ੍ਹ ਦਾ ਸਟੇਸ਼ਨ ਬਾਬਾ ਦੀਪ ਸਿੰਘ ਦੀ ਤੇ ਸ਼ਹੀਦ ਮਿਸਲ ਦੇ ਛੋਟੇ ਜਥੇਦਾਰ ਦੀ। ਇੱਥੇ ਬਸ ਨਹੀਂ, 1733 ਦੇ ਵਿੱਚ 32 ਦੇ ਵਿੱਚ ਬਰਨਾਲੇ ਦੇ ਵਿੱਚ ਬਾਬੇ ਆਲੇ ਸਿੰਘ ਨੂੰ ਘੇਰਾ ਪੈ ਗਿਆ। ਉਹਨੇ ਦਮਦਮਾ ਸਾਹਿਬ ਦੀ ਧਰਤੀ ਤੇ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਚਿੱਠੀ ਭੇਜੀ ਆ। ਉਹ ਦਮਦਮਾ ਸਾਹਿਬ ਦਾ ਜਥੇਦਾਰ ਆਪ ਚੱਲ ਕੇ ਆਇਆ, ਉਹਨੇ ਮਦਦ ਕੀਤੀ ਆ। ਇੱਥੇ 1733 ਨੂੰ ਸਰਬੱਤ ਖਾਲਸੇ ਦੇ ਵਿੱਚ ਸ਼ਾਮਲ ਹੋਏ। ਦੋ ਜਥੇ ਬਣੇ ਸਰਬੱਤ ਖਾਲਸੇ ਦੇ, ਬੁੱਢਾ ਦਲ ਤੇ ਤਰਨਾ ਦਲ। ਤਰਨੇ ਦਲ ਦੇ ਪਹਿਲੇ ਜਥੇਦਾਰ ਦਾਪਿਆ ਗਿਆ ਉਹ ਬਾਬਾ ਦੀਪ ਸਿੰਘ ਨੂੰ। ਇਸ ਤਰਨੇ ਦਲ ਦੇ 5 ਜਥੇ ਸਨ। ਸਾਹਿਬਜ਼ਾਦਿਆਂ ਦਾ ਸ਼ਹੀਦੀਆਂ, ਸਾਹਿਬਜ਼ਾਦਿਆਂ ਦਾ ਸ਼ਹੀਦੀਆਂ ਮਿਸਲ, ਅੰਮ੍ਰਿਤਸਰੀਆਂ ਦਾ, ਡੱਲੇ ਵਾਲੀਆਂ ਦਾ ਤੇ ਰਾਮਦਾਸੀਆਂ ਦਾ, ਇਹ 5 ਜਥੇ ਬਣੇ। ਇਹ 5 ਜਥਿਆਂ ਤੋਂ ਗਾਂ 65 ਜਥੇ ਬਣੇ। ਇਹ 65 ਜਥਿਆਂ ਤੋਂ ਗਾਂ 12 ਮਿਸਲਾਂ ਬਣੀਆਂ। ਉਹ 12 ਮਿਸਲਾਂ ਦੇ ਵਿੱਚੋਂ ਇੱਕ ਮਿਸਲ ਆ ਸ਼ਹੀਦ ਮਿਸਲ। ਜਿਸ ਸ਼ਹੀਦ ਮਿਸਲ ਦਾ ਪਹਿਲਾ ਮੁਖੀ ਬਾਬਾ ਦੀਪ ਸਿੰਘ ਸਿੰਘ ਸਾਹਿਬ ਆਪ ਹੈ, ਜਿਨ੍ਹਾਂ ਦੇ ਨਾਲ ਜਿਉਂਦਿਆਂ ਜੀ ਜਿੰਦਾ ਸ਼ਹੀਦ ਦਾ ਖਿਤਾਬ ਜੁੜ ਗਿਆ। ਔਰ ਜਿੰਦਾ ਸ਼ਹੀਦ ਦਾ ਖਿਤਾਬ ਬਾਬਾ ਦੀਪ ਸਿੰਘ ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਦਿੱਤਾ ਹੋਇਆ। ਆ ਜੰਗਾਂ ਦਾ ਜਰਨੈਲ ਜੇਤੂ ਹੈ ਬਾਬਾ ਦੀਪ ਸਿੰਘ। ਬਟ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਦਮਦਮਾ ਸਾਹਿਬ ਨੂੰ ਡਿਵੈਲਪ ਕੀਤਾ। ਇੱਟਾਂ ਦੇ ਪੱਠੇ ਲਵਾਏ, ਬੇਰੀਆਂ ਲਵਾਈਆਂ, ਖੂਹ ਲਵਾਇਆ। ਸ਼ਬੀਲ ਤੇ ਬਹਿ ਕੇ ਆਪ ਸੇਵਾ ਕਰਦੇ ਆ। ਇੱਕ ਦਿਨ ਆਸਾ ਦੀ ਵਾਰ ਦਾ ਭੋਗ ਪਿਆ। ਭੋਗ ਪੈਣ ਤੋਂ ਬਾਅਦ ਇੱਕ ਦੰਪਤੀ ਜੋੜਾ, ਉਹਨਾਂ ਦੇ ਸਿਰ ਦੇ ਵਿੱਚੋਂ ਲਹੂ ਚੋਂਦਾ ਪਿਆ। ਉਹਨਾਂ ਦੇ ਗੋਡੇ, ਉਹਨਾਂ ਦੇ ਮੋਢੇ ਦੇ ਉੱਤੇ ਸੱਟਾਂ ਲੱਗੀਆਂ ਪਈਆਂ ਨੇ। ਇਹ ਦੇਖ ਕੇ ਸੰਗਤ ਦੇ ਵਿੱਚ ਹਲਚਲ ਮਚ ਗਈ ਆ। ਤੇ ਜਦੋਂ ਸਾਹਮਣੇ ਬਾਬਾ ਦੀਪ ਸਿੰਘ ਜੀ ਦੇ ਜਾ ਕੇ ਖੜੇ ਆ, ਬਾਬਾ ਦੀਪ ਸਿੰਘ ਨੇ ਮੱਥੇ ਦਾ ਲਹੂ ਪੂੰਝਿਆ ਆਪਣੇ ਰੁਮਾਲ ਦੇ ਨਾਲ। ਕਹਿਣ ਲੱਗੇ ਭਲਿਆ ਕੀ ਗੱਲ ਹੋ ਗਈ? ਕਹਿਣ ਲੱਗਿਆ ਜੀ ਇੱਥੋਂ 13 ਕੋਹ ਦੇ ਉੱਤੇ ਇੱਕ ਪਿੰਡ ਹੈ ਗੜੀ ਪੀਰਾ। ਗੜੀ ਪੀਰਾ ਪਿੰਡ ਦਾ ਨਾਸਰਦੀਨ ਭੱਟੀ, ਜਿਹਦੇ ਗ੍ਰਿਫਤ ਦੇ ਵਿੱਚ ਪੂਰੇ ਗਿਆਨੀ ਤਰਲੋਕ ਸਿੰਘ ਨੇ ਲਿਖਿਆ 25-30 ਪਿੰਡ ਉਹਦੇ ਕਬਜ਼ੇ ਚ ਆਉਂਦੇ ਆ। ਨਾਸਰਦੀਨ ਭੱਟੀ ਦੇ ਬੰਦੇ ਮੇਰੇ ਪੁੱਤ ਨੂੰ ਮਾਰ ਕੇ ਮੇਰੀ ਨੂੰਹ ਤੇ ਧੀ ਨੂੰ ਚੁੱਕ ਕੇ ਲੈ ਗਏ ਆ। ਮੈਂ ਸੁਣਿਆ ਅੱਜ ਤੱਕ ਤੁਹਾਡੇ ਦਰਬਾਰ ਦੇ ਵਿੱਚੋਂ ਕੋਈ ਨਹੀਂ ਮੁੜਿਆ। ਆ ਬਾਬਾ ਦੀਪ ਸਿੰਘ ਨੇ ਬੜੀਆਂ ਢਾਕਾਂ ਛੁਡਾਈਆਂ, ਭਾਰਤ ਦੀ ਇੱਜ਼ਤ ਬਹਾਲ ਕੀਤੀ। 1756 ਦੇ ਵਿੱਚ ਇਹ ਬਾਬਾ ਦੀਪ ਸਿੰਘ ਨੂੰ ਮਾਣਿਆ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੇ ਨਾਲ ਸ਼ਾਹਬਾਦ ਮਾਰਕੰਡੇ ਦੀ ਧਰਤੀ ਦੇ ਉੱਤੇ। ਜਦੋਂ ਸੁਣੀ ਇਹ ਗੱਲ, ਉਹ ਦਮਦਮਾ ਸਾਹਿਬ ਦੇ ਜਥੇਦਾਰ ਦਾ ਰੋਹ ਜਾਗਿਆ। ਉਹ ਵਾਰਤਾ ਸੁਣਾਉਂਦਾ ਪਿਆ ਵੀ ਮੇਰੇ ਨਾਲ ਕੀ ਕੁਝ ਵਾਪਰਦਾ ਪਿਆ ਤੇ ਮੇਰੇ ਨਾਲ ਕੀ ਕੁਝ ਵਾਪਰ ਗਿਆ। ਉਸ ਸਮੇਂ ਉਹਨੇ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਦੀਪ ਸਿੰਘ ਨੂੰ ਜਿਵੇਂ ਆਪਣਾ ਹਾਲ ਸੁਣਾਇਆ, ਆਪ ਰੱਬ ਵਰਗੀ ਸੰਗਤ ਦੇ ਸਾਹਮਣੇ ਢਾਡੀ ਕਰਮਜੀਤ ਸਿੰਘ ਪਿੰਡ ਮਾਣੇਵਾਲ, ਢਾਡੀ ਪਰਮਜੀਤ ਸਿੰਘ ਰਾਣਮਾ, ਸਰੰਗੀਵਾਲ ਦਾ ਗੁਰਸੇਵਕ ਸਿੰਘ ਤਰੀਕੇ, ਮਨਜੀਤ ਸਿੰਘ ਲੁਧਿਆਣੇ ਦਾ ਪੰਥਕ ਢਾਡੀ ਜਥਾ, ਕਰਮਚੰਦ ਨਾਂ ਦੇ ਉਹ ਬ੍ਰਾਹਮਣ ਦੀ ਫਰਿਆਦ ਬਾਬਾ ਦੀਪ ਸਿੰਘ ਨੂੰ ਆਪਣੇ ਮੂੰਹੋਂ ਕਿਵੇਂ ਸੁਣਾਉ। ਦੀਵਾਨ ਸਿੰਘ ਬਾਣੀ ਪੜ੍ਹਦੇ, ਲੱਗਿਆ ਦੀਵਾਨ ਸਿੰਘ ਬਾਣੀ ਪੜ੍ਹਦੇ। ਸੱਚੀ ਟਕਸਾਲ ਚ ਸੁਰਤ ਕੱਢਦੇ, ਸੱਚੀ ਟਕਸਾਲ ਚ ਸੁਰਤ ਕੱਢਦੇ। ਆ ਗਿਆ ਕਰਮ ਚੰਦ ਸੀ ਦੁਆਰੇ ਤੇ, ਆ ਗਿਆ ਕਰਮ ਚੰਦ ਸੀ ਦੁਆਰੇ ਤੇ। ਹੋ ਗਿਆ ਕਹਿਰ ਕਰਮਾਂ ਦੇ ਮਾਰੇ ਤੇ, ਹੋ ਗਿਆ ਕਹਿਰ ਕਰਮਾਂ ਦੇ ਮਾਰੇ ਤੇ।
ਅੱਖਾਂ ਸਾਵੇਂ ਡਾਡਾ ਅੱਖਾਂ ਸਾਵੇਂ ਡਾਡਾ ਜ਼ੁਲਮ ਗੁਜ਼ਾਰਦਾ ਜਿੰਦ ਦਾ ਸਹਾਰਾ ਸਾਡਾ ਪੁੱਤ ਮਾਰਦਾ ਜਿੰਦ ਦਾ ਸਹਾਰਾ ਸਾਡਾ ਪੁੱਤ ਮਾਰਦਾ ਕੀਤਾ ਨਾ ਤਰਸ ਅੱਖੀਆਂ ਦੇ ਤਾਰੇ ਤੇ ਕੀਤਾ ਨਾ ਤਰਸ ਅੱਖੀਆਂ ਦੇ ਤਾਰੇ ਤੇ ਹੋ ਗਿਆ ਕਹਿਰ ਕਰਮਾਂ ਦੇ ਮਾਰੇ ਤੇ ਹੋ ਗਿਆ ਕਹਿਰ ਕਰਮਾਂ ਦੇ ਮਾਰੇ ਤੇ कोई पेछियां से लुट हो गए चली ना कोई पेछियां से लुट हो गए लगे नुअते तीन वसी पुट हो गए नुअते तीन वसी पुट हो गए इज्जत है साडी आप दे सहारे ते इज्जत है साडी आप दे सहारे ते कहर कर्मां दे मारे ते हो गया कहर कर्मां दे मारे ते आँख दा कमल साडी अरजोई है आँख दा कमल साडी अरजोई है थोड़े तो बगैर ना सहारा कोई है थोड़े तो बगैर ना सहारा कोई है झोली पाओ खैर दस रे बेचारे ते झोली पाओ खैर दस रे बेचारे ते हो गया कहर कर्मां दे मारे ते हो गया कहर कर्मां दे मारे ते हो गया कहर कर्मां दे मारे ते ਹੋ ਗਿਆ ਕਹਿਰ ਕਰਮਾਂ ਦੇ ਮਾਰੇ ਤੇ ਉਹ ਬਜ਼ੁਰਗ ਹਿੰਦੂ ਬਾਬਾ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਖੜ ਕੇ ਰੋਵੇ ਨਾਲ ਉਹਦੀ ਘਰ ਵਾਲੀ ਹੈ ਉਹਦੇ ਪੁੱਤ ਨੂੰ ਮਾਰ ਦਿੱਤਾ ਗਿਆ ਉਹਦੀ ਨੂੰਹ ਤੇ ਧੀ ਨੂੰ ਚੱਕ ਕੇ ਲੈ ਗਏ ਨਾਸਰਦੀਨ ਪੱਟੀ ਦੇ ਬੰਦੇ ਤੇਰਾ ਕੋਹ ਦੇ ਉੱਤੇ ਪਿੰਡ ਸੀ ਗੜੀ ਪੀਰਾ ਪਿੰਡ ਹੁਣ ਵੈਸੇ ਉਹ ਪਿੰਡ ਥਿਆਉਂਦਾ ਨਹੀਂ ਉਹ ਪਿੰਡ ਦੀ ਥੇ ਬਚੀ ਹੈ ਗੜੀ ਪੀਰਾ ਪਿੰਡ ਦਾ ਨਾਸਰਦੀਨ ਪੱਟੀ ਉਹਦੇ ਕਬਜ਼ੇ ਦੇ ਵਿੱਚ 30 ਪਿੰਡ ਹੈ ਆ ਦਮਦਮਾ ਸਾਹਿਬ ਦੇ ਪਹਿਲੇ ਜਥੇਦਾਰ ਬਾਬਾ ਦੀਪ ਸਿੰਘ ਦੀ ਅੱਖਾਂ ਦੇ ਵਿੱਚ ਰੋਹ ਜਾਗ ਗਿਆ ਬਾਬਾ ਦੀਪ ਸਿੰਘ ਭੁੱਲ ਜਾਂਦਾ ਸੀ ਖਾਣਾ ਪੀਣਾ ਭੁੱਲ ਜਾਂਦਾ ਸੀ ਜਦੋਂ ਕੋਈ ਮਜਲੂਮ ਦਰ ਦੇ ਉੱਤੇ ਆਉਂਦਾ ਸੀ ਆ ਤੱਕਿਓ ਕੈਸਾ ਸੀ ਦਮਦਮਾ ਸਾਹਿਬ ਦਾ ਪਹਿਲਾ ਜਥੇਦਾਰ ਬਾਬਾ ਦੀਪ ਸਿੰਘ ਨੂੰ ਇੱਕ ਵਾਰ ਬੀਕਾਨਾਰ ਦੇ ਹਿੰਦੂ ਰਾਜੇ ਨੇ ਚਿੱਠੀ ਪਾਈ ਸੀ ਵੀ ਮੈਂ ਸਮੱਸਿਆ ਦੇ ਵਿੱਚ ਆ ਕੇ ਮੇਰੀ ਮਦਦ ਕਰੋ ਬੀਕਾਨੇਰ ਦੀ ਜੰਗ ਹਿੰਦੂ ਰਾਜੇ ਨੂੰ ਪਿੱਛੇ ਕਰਕੇ ਆਪ ਮੂਰੇ ਜੇ ਲੜੀ ਤੇ ਬਾਬਾ ਦੀਪ ਸਿੰਘ ਨੇ ਆਪ ਲੜੀ ਬੀਕਾਨੇਰ ਦੀ ਜੰਗ 1734 ਚ ਜਿੱਤੀ ਤੇ ਬਾਬਾ ਦੀਪ ਸਿੰਘ ਨੇ ਆਪਣੇ ਦਮ ਤੇ ਜਿੱਤੀ 50 ਸਾਲ ਦਮਦਮਾ ਸਾਹਿਬ ਦੀ ਜਥੇਦਾਰੀ ਦੀ ਸੇਵਾ ਨਿਭਾਈ ਉੱਥੋਂ ਅੰਮ੍ਰਿਤ ਸੰਚਾਰ ਲਈ ਜਥੇ ਭੇਜਦੇ ਰਹੇ ਉੱਥੇ ਪੋਥੀਆਂ ਆਪ ਤਿਆਰ ਕਰਵਾਈਆਂ ਇੱਥੇ ਬਸ ਨਹੀਂ ਬਾਬਾ ਦੀਪ ਸਿੰਘ ਆਪ ਬੜੇ ਵਧੀਆ ਢਾਡੀ ਸਨ ਸਿੰਘ ਸਭਰਾ ਪੱਤਰਕਾ 1982 ਦੀ ਉਹਦੇ ਵਿੱਚ ਸਤਨਾਮ ਸਿੰਘ ਹੈਪੀ ਨਿਵਾਸ ਵਾਲੇ ਦਾ ਲੇਖ ਹੈ ਉਹਨੇ ਲਿਖੀ ਆ ਗੱਲ ਬਾਬਾ ਦੀਪ ਸਿੰਘ ਦੇ ਜਥੇ ਦੇ ਵਿੱਚ ਬਾਬਾ ਬੁੱਢਾ ਸਿੰਘ ਗਿਆਨੀ ਧਰਮ ਸਿੰਘ ਭਾਗ ਸਿੰਘ ਦਿਆਲ ਸਿੰਘ ਮਸੰਦਾ ਸਿੰਘ ਬਾਬਾ ਦੀਪ ਸਿੰਘ ਨੂੰ ਮਿਲਾ ਕੇ 7 ਸਿੰਘ ਹੈ ਤੇ ਪੂਰੇ ਗਿਣ ਕੇ 2 ਜਥੇ ਆ ਬਾਬਾ ਦੀਪ ਸਿੰਘ ਹੁਣਾਂ ਕੋ ਤੇ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਰਾਤ ਨੂੰ ਢਾਡੀ ਜਥਿਆਂ ਦੇ ਦੀਵਾਨ ਲੱਗਦੇ ਸਨ ਆਪ ਬੜੀ ਵਧੀਆ ਢੱਡ ਵਜਾਉਣੀ ਆਉਂਦੀ ਸੀ ਬਾਬਾ ਦੀਪ ਸਿੰਘ ਹੁਣਾਂ ਨੂੰ ਆਪ ਬੜਾ ਵਧੀਆ ਸਰੰਦਾ ਵਜਾ ਲੈਂਦੇ ਸਨ ਬੜਾ ਪਿਆਰਾ ਕੀਰਤਨ ਕਰ ਲੈਂਦੇ ਸਨ ਉਹਨਾਂ ਦੀ ਅੱਜ ਵੀ ਖੰਡੇ ਬਾਰੇ ਤੁਸੀਂ ਬੜਾ ਸੁਣਿਆ
ਤੁਸੀਂ ਉਹਨਾਂ ਦੀ ਪਿਸਤੌਲ ਦੇਖ ਕੇ ਆਇਓ। ਜੇ ਕਿਤੇ ਦਰਬਾਰ ਸਾਹਿਬ ਦੀ ਧਰਤੀ ਤੇ ਗਏ ਨਾ ਮੱਥਾ ਟੇਕਣ, ਅਕਾਲ ਤਖਤ ਸਾਹਿਬ ਰੋਜ਼ ਰਹਿਰਾ ਸਾਹਿਬ ਦੇ ਪਾਠ ਤੋਂ ਬਾਅਦ ਦਰਸ਼ਨ ਕਰਾਏ ਜਾਂਦੇ ਆ। ਅਕਾਲ ਤਖਤ ਸਾਹਿਬ ਦੀ ਧਰਤੀ ਤੇ 2 ਪਿਸਤੌਲਾਂ ਪਈਆਂ ਨੇ, ਉਹਦੇ ਵਿੱਚੋਂ ਦੋਨੇ ਪਿਸਤੌਲਾਂ ਲੱਕੜ ਦੀਆਂ ਨੇ, ਉਹਦੇ ਉੱਤੇ ਬੜੀ ਵਧੀਆ ਕਢਾਈ ਕੀਤੀ ਹੋਈ ਹੈ। ਉਹ ਲੱਕੜ ਦੀਆਂ ਪਿਸਤੌਲਾਂ, ਇੱਕ ਪਿਸਤੌਲ ਹੈ ਬਾਬਾ ਗੁਰਬਖਸ਼ ਸਿੰਘ ਲੀਲ ਪਿੰਡ ਜ਼ਿਲ੍ਹਾ ਲਾਹੌਰ ਵਾਲੇ ਦੀ, ਜਿਨ੍ਹਾਂ ਦਾ ਅਕਾਲ ਤਖਤ ਸਾਹਿਬ ਦੇ ਪਿੱਛੇ ਸਥਾਨ ਹੈ, ਜਿਹੜੇ 30 ਜਣੇ 30,000 ਨਾਲ ਲੜਦੇ ਸ਼ਹੀਦ ਹੋ ਗਏ ਜਦੋਂ ਅਬਦਾਲੀ ਨੇ ਹਮਲਾ ਕੀਤਾ। ਤੇ ਦੂਜੀ ਪਿਸਤੌਲ ਹੈ ਬਾਬਾ ਦੀਪ ਸਿੰਘ ਦੀ, ਔਰ ਦੁਨੀਆ ਦੀਆਂ ਇਕਲੌਤੀਆਂ ਪਿਸਤੌਲਾਂ ਨੇ, ਉਹਨਾਂ ਦੇ ਵਿੱਚੋਂ ਬਰੂਦ ਪਿੱਛੋਂ ਨਹੀਂ ਪੈਂਦਾ, ਅੱਗੋਂ ਪੈਂਦਾ। ਇਹ ਉਹ ਕੌਮ ਦੇ ਵਾਰਿਸ ਹੈ। ਅਸੀਂ ਤਾਂ ਜਦੋਂ ਕਿਤੇ ਬੈਰੀ ਵੀ ਮਾਰਨਾ ਨਾ ਤੇ ਬਾਬੇ ਦੀਪ ਸਿੰਘ ਤੇ ਬਾਬੇ ਗੁਰਬਖਸ਼ ਸਿੰਘ ਦੀ ਪਿਸਤੌਲ ਹਮ ਹੀ ਭਰਦੀ ਆ। ਅਸੀਂ ਕਿਸੇ ਨੂੰ ਇਹ ਨਹੀਂ ਦੱਸ ਕੇ ਵੀ ਇਹਦੇ ਪਿਸਤੌਲ ਦੇ ਵਿੱਚ ਕਿੰਨੀਆਂ ਗੋਲੀਆਂ ਨੇ, ਅਸੀਂ ਤਾਂ ਇਹ ਦੱਸ ਕੇ ਬੰਦਾ ਫੱਟੜ ਕੀਤਾ ਵੀ ਇਹਦੇ ਚ ਬਰੂਦ ਇੰਨਾ ਭਰ ਲੱਗਿਆ ਤੇ ਤੇਰੀਆਂ ਅੱਖਾਂ ਦੇ ਸਾਹਮਣੇ ਭਰ ਲੱਗਿਆ। ਉਹ ਪਿਸਤੌਲਾਂ ਗਵਾਹੀ ਭਰਦੀਆਂ ਨੇ। ਸਿੱਖ ਕੌਮ ਇਹੋ ਜੀ ਕੌਮ ਆ, ਸਾਨੂੰ ਮਾਣ ਦਿੱਤਾ ਹੈ। ਇਹ ਕਰਮਚੰਦ ਦਾ ਬ੍ਰਾਹਮਣ ਰੋਂਦਾ ਪਿਆ, ਸਤਿਗੁਰੂ ਸੱਚੇ ਪਾਤਸ਼ਾਹ ਦੇ ਸਿਧਾਂਤ ਤੇ ਪਹਿਰਾ ਦਿੰਦੇ ਆ। ਬਾਬਾ ਦੀਪ ਸਿੰਘ ਨੇ ਆਪਣਾ ਖੰਡਾ ਕੱਢਿਆ ਤੇ ਸਿੰਘਾਂ ਨੂੰ ਇੱਕੋ ਇੱਕ ਗੱਲ ਆਖੀ ਆ ਕਿ ਨਾਸਰਦੀਨ ਭੱਟੀ ਗੜੀ ਪੀਰਾ ਪਿੰਡ ਜਾ ਕੇ ਘੇਰਨਾ। 100 ਸਿੰਘ ਤਿਆਰ ਬਰ ਤਿਆਰ ਹੋ ਗਿਆ। ਆ ਸ਼ਾਹ ਮੁਹੰਮਦ ਨੇ ਬੜੀ ਸੋਹਣੀ ਗੱਲ ਲਿਖੀ ਆ, ਕਹਿੰਦਾ ਚੜੇ ਸਰਦਾਰਾਂ ਦੇ ਪੁੱਤ ਛੈਲ ਬਾਂਕੇ ਜੈਸੇ ਬੇਲਿਓ ਨਿਕਲਦੇ, ਸ਼ੇਰ ਮੀਆਂ ਜਾ ਕੇ ਵਿੱਚ ਮੈਦਾਨ ਦੇ ਬੈਰੀ ਢਾਉਣਗੇ ਨਾ ਲਾਉਣਗੇ। ਦੇਰ ਮੀਆਂ ਦਮਦਮਾ ਸਾਹਿਬ ਦਾ ਜਥੇਦਾਰ ਘੋੜੇ ਦੀ ਰਕਾਬ ਦੇ ਉੱਤੇ ਰੱਖ ਕੇ ਪੈਰ, ਉਹਦੇ ਡੋਲੇ ਫੜ ਕੇ ਉਹਦੀ ਦਿਲ ਦੀ ਦੇਗ ਦਾ ਲਹੂ ਗੜਕਿਆ, ਉਹਦੇ ਨੇਤਰ ਹੋਏ ਲਾਲ, ਉਹਦੇ ਮੱਥੇ ਤੇ ਪਈਆਂ ਤਿਉੜੀਆਂ। ਜਿਵੇਂ ਗੜੀ ਪੀਰਾ ਪਿੰਡ ਨੂੰ ਜਾ ਕੇ ਘੇਰਨ ਲੱਗਿਆ, ਨਾਸਰਦੀਨ ਭੱਟੀ ਨੂੰ ਸਬਕ ਸਿਖਾਉਣਾ ਉਹਦੇ ਕੀਤੇ ਦਾ। ਆ ਦਮਦਮਾ ਸਾਹਿਬ ਦਾ ਪਹਿਲਾ ਜਥੇਦਾਰ ਉਸ ਹਿੰਦੂ ਬਾਬੇ ਦੇ ਪਰਿਵਾਰ ਦੀ ਰੱਖਿਆ ਜਿਵੇਂ ਕਰ ਲੱਗਿਆ, ਆਪ ਰੱਬ ਵਰਗੀ ਸੰਗਤ ਦੇ ਸਾਹਮਣੇ ਲੁਧਿਆਣੇ ਵਾਲਿਆਂ ਦਾ ਢਾਡੀ ਜੱਥਾ ਇਉਂ ਸੁਣਾਉਂਦਾ। ਗਊ ਗਰੀਬ ਦੀ ਹੈ ਧਰਮ ਹੈ ਸਾਡਾ, ਰੱਖਿਆ ਗਊ ਗਰੀਬ ਦੀ ਹੈ ਧਰਮ ਹੈ ਸਾਡਾ, ਰੱਖਿਆ ਗਊ ਗਰੀਬ ਦੀ ਹੈ ਧਰਮ ਹੈ ਸਾਡਾ। ਕਰਮਚੰਦ ਤੋਂ ਸਿੰਘ ਨੇ ਜਦ ਸੁਣੀ ਕਹਾਣੀ, ਲਾਲਾ ਹੋਇਆ ਉਸ ਦੀ ਅੱਖੀਆਂ ਦਾ ਪਾਣੀ। ਕਰਮਚੰਦ ਤੋਂ ਸਿੰਘ ਨੇ ਜਦ ਸੁਣੀ ਕਹਾਣੀ, ਝਾਲਾ ਹੋਇਆ ਉਸ ਦੀ ਅੱਖੀਆਂ ਦਾ ਪਾਣੀ। ਹੋ ਮੱਥੇ ਤੇ ਵੰਡ ਪੈ ਗਏ ਰੋਚੜਿਆ ਡਾਡਾ, ਰੱਖਿਆ ਗਊ ਗਰੀਬ ਦੀ ਹੈ ਧਰਮ ਹੈ ਸਾਡਾ, ਰੱਖਿਆ ਗਊ ਗਰੀਬ ਦੀ ਹੈ ਧਰਮ ਹੈ ਸਾਡਾ। ਫਿਰ ਤਕਰੀਰ ਸੀ ਵਿੱਚ ਜੋਸ਼ ਦੇ ਆ ਕੇ, ਪਿਆਸ ਪਜਾਮਾ ਤੇਗਦੀ ਵਿੱਚ ਲਹੂ ਨਵਾ ਕੇ। ਕੀਤੀ ਫਿਰ ਤਕਰੀਰ ਸੀ ਵਿੱਚ ਜੋਸ਼ ਦੇ ਆ ਕੇ, ਪਿਆਸ ਪਜਾਮਾ ਤੇਗਦੀ ਵਿੱਚ ਲਹੂ ਨਵਾ ਕੇ। ਉਹ ਨਾਲ ਮੌਤ ਦੇ ਨਾਲ ਆ ਹੋ
ਲਾ ਲਿਆ ਨਾਸਰ ਨੇ ਆਡਾ, ਨਾਲ ਮੌਤ ਤੇ ਲਾ ਲਿਆ ਨਾਸਰ ਨੇ ਆਡਾ। ਰੱਖਿਆ ਗਊ ਗਰੀਬ ਦੀ ਹੈ ਧਰਮ ਏ ਸਾਡਾ, ਰੱਖਿਆ ਗਊ ਗਰੀਬ ਦੀ ਹੈ ਧਰਮ ਏ ਸਾਡਾ। ਗੁਰੂ ਦਸ਼ਮੇਸ਼ ਦੇ ਕਰ ਜ਼ੁਲਮ ਦੇ ਸਹਿੰਦੇ, ਕੋਈ ਜ਼ੁਲਮ ਦਾ ਟੇਕਣਾ ਪੈਂਦੇ। ਗੁਰੂ ਦਸ਼ਮੇਸ਼ ਦੇ ਕਰ ਜ਼ੁਲਮ ਨੇ ਸਹਿੰਦੇ, ਜੇ ਕੋਈ ਜ਼ੁਲਮ ਗੁਜ਼ਾਰਦਾ ਫਿਰ ਟੇਕਣਾ ਪੈਂਦੇ। ਉਹ ਖੜਦਾ ਨਾ ਕੋਈ ਕਮਲ ਜੀ ਜਦ ਧਰਦੇ ਵਾਡਾ। ਰੱਖਿਆ ਗਊ ਗਰੀਬ ਦੀ ਹੈ ਧਰਮ ਏ ਸਾਡਾ, ਰੱਖਿਆ ਗਊ ਗਰੀਬ ਦੀ ਹੈ ਧਰਮ ਏ ਸਾਡਾ। ਰੱਖਿਆ ਗਊ ਗਰੀਬ ਦੀ ਹੈ ਧਰਮ ਏ ਸਾਡਾ। ਹੋ ਕੜੀ ਪੀਰਾ ਪਿੰਡ ਨੂੰ ਜਾ ਕੇ ਘੇਰਾ ਪਾਇਆ ਬਾਬਾ ਦੀਪ ਸਿੰਘ ਦਮਦਮਾ ਸਾਹਿਬ ਦੇ ਪਹਿਲੇ ਜਥੇਦਾਰ। 100 ਸਿੰਘਾਂ ਦਾ ਜੱਥਾ ਨਾਸਰਦੀਨ ਪੱਟੀ ਦਾ ਜਾ ਕੇ ਮਹਿਲ ਘੇਰਿਆ। ਇੱਕੋ ਆਵਾਜ਼ਾ ਦਿੱਤਾ ਬਾਬਾ ਦੀਪ ਸਿੰਘ ਹੁਣਾ, ਕਹਿੰਦੇ ਸੁਣ ਨਾਸਰਦੀਨ ਪੱਟੀ ਮਾਫ ਕਰ ਦਿੱਤਾ ਜਾਏਗਾ। ਇਸ ਕਰਮਚੰਦ ਬਾਬੇ ਦੀ ਤੇ ਜਦੋਂ ਇਹ ਗੱਲ ਸੁਣੀ ਐ, ਸਿੰਘ ਗੱਜੇ, ਲੰਡੀ ਪੁੱਚੀ ਭੱਜੇ, ਭੱਜ ਕੇ ਕੰਧਾਂ 'ਚ ਵੱਜੇ। ਹੈ ਨਹੀਂ ਕੋਈ ਮਾਈ ਦਾ ਲਾਲ ਅੱਜ ਤੱਕ ਜੰਮਿਆ ਜਿਹੜਾ ਸਿੰਘਾਂ ਅੱਗੇ ਡਟੇ। ਅੱਜ ਤੱਕ ਨਹੀਂ ਕੋਈ ਮਾਈ ਦਾ ਲਾਲ ਜੰਮਿਆ ਵੀ ਜਿਹੜਾ ਸਿੰਘਾਂ ਦੇ ਮੂਹਰੇ ਖੜ ਜੇ। ਪ੍ਰਿੰਸੀਪਲ ਸਵਰਨ ਸਿੰਘ ਚੂਸਲੇਗੜ ਵਾਲੇ ਨੇ ਗੱਲ ਲਿਖੀ ਹੈ ਅਬਦਾਲੀ ਸਿੱਖ ਤੇ ਵੱਡਾ ਘੱਲੂਕਾਰਾ ਦੇ ਵਿੱਚ। ਉਹਦੇ 3 ਬੋਲ ਬੜੇ ਪਿਆਰੇ ਆ। ਇਸ ਪੰਜਾਬ ਦੀ ਸਿਫਤ ਦੇ ਵਿੱਚ ਲਿਖਦਾ ਉਹ, ਕਹਿੰਦਾ ਪਹਿਲੀ ਗੱਲ ਅਹਿਮਦ ਸ਼ਾਹ ਅਬਦਾਲੀ ਦਾ ਸੁਪਨਾ ਸੀ ਵੀ ਪੰਜਾਬ ਕੱਟ ਕੇ ਅਫਗਾਨਿਸਤਾਨ ਨਾਲ ਮਿਲਾਉਣਾ, ਪਰ ਅਹਿਮਦ ਸ਼ਾਹ ਅਬਦਾਲੀ ਦਾ ਸੁਪਨਾ ਸਿੰਘਾਂ ਨੇ ਤੇ ਬਾਬਾ ਜੱਸਾ ਸਿੰਘ ਆਲੂਵਾਲੀ ਵਰਗਿਆਂ ਨੇ ਪੂਰਾ ਨਾ ਹੋਣ ਦਿੱਤਾ। ਆ 12 ਮਿਸਲਾਂ ਨੇ ਪੂਰਾ ਨਾ ਹੋਣ ਦਿੱਤਾ। ਦੂਜੀ ਗੱਲ, ਪੰਜਾਬ ਅੱਜ ਵੀ ਪੰਜਾਬੀਆਂ ਤੇ ਸਿੰਘਾਂ ਦੀ ਸ਼ਾਨ ਹੈ। ਬਾਹਰੋਂ ਆਉਣ ਵਾਲੇ ਹਮਲਾਵਰ ਤੇ ਧਾੜਵੀਆਂ ਲਈ ਅੱਜ ਵੀ ਪੰਜਾਬ ਕਬਰਸਤਾਨ ਹੈ। ਜਿਹਨੇ ਅਹਿਮਦ ਸ਼ਾਹ ਅਬਦਾਲੀ ਦੀ ਕਿਸਮਤ ਚੰਗੀ ਵੀ ਉਹਦੀ ਕਬਰ ਪੰਜਾਬ ਦੀ ਧਰਤੀ ਦੇ ਉੱਤੇ ਨਹੀਂ ਬਣੀ। ਤੀਜੀ ਗੱਲ ਲਿਖੀ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਗੜ ਵਾਲਿਆਂ, ਉਹ ਕਹਿੰਦੇ ਅਬਦਾਲੀ ਤੇ ਨਾਦਰ ਸ਼ਾਹ ਆਏ ਤਾਂ ਅੰਗੂਰੀਆਂ ਚੀਰਦੇ, ਉਹਨਾਂ ਦੀ ਬਦਕਿਸਮਤ ਜਦੋਂ ਮੁੜਦਿਆਂ ਵਾਪਸ ਜਾਣਾ ਪਿਆ ਤੇ ਜਿੱਥੋਂ ਲੰਘ ਕੇ ਜਾਣਾ ਪਿਆ ਉਹਨੂੰ ਸ਼ੇਰ ਚੂਤਿਆਂ ਦੀ ਜੂਹ ਕਹਿੰਦੇ ਆ, ਤੇ ਉਹ ਸ਼ੇਰ ਚੀਤਿਆਂ ਦੀ ਜੂਹ ਪੰਜਾਬ ਹੈ। ਉਹਨਾਂ ਦੀ ਕਿਸਮਤ ਮਾੜੀ ਵੀ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਲੰਘ ਕੇ ਜਾਣਾ ਪਿਆ। ਇਹ ਪੰਜਾਬ ਸ਼ੇਰ ਤੇ ਚੀਤਿਆਂ ਦੀ ਜੂਹ ਹੈ। ਇਹ ਸ਼ੇਰਾਂ ਤੇ ਚੀਤਿਆਂ ਦਾ ਜੰਗਲ ਹੈ ਪੰਜਾਬ। ਇਹ ਪੰਜਾਬ ਤੇ ਸ਼ੇਰ ਕਦੇ ਵੀ ਕਬਜ਼ੇ 'ਚ ਨਹੀਂ ਆਉਂਦੇ। ਸ਼ੇਰ ਆਪ ਮਹਾਰਾਜਾ ਹੋਇਆ ਕਰਦਾ ਜੰਗਲ ਦਾ। ਸ਼ੇਰ ਦੇ ਉੱਤੇ ਕੋਈ ਰਾਜ ਨਹੀਂ ਕਰ ਸਕਦਾ। ਸ਼ੇਰ ਖੁਦ ਜੰਗਲ ਦਾ ਰਾਜ ਹੋਇਆ ਕਰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ੇਰ ਬਣਾਇਆ ਪੰਜਾਬ ਦੀ ਧਰਤੀ ਦੇ ਉੱਤੇ ਆਪਣੇ ਸਿੰਘ। ਇਹ ਇਹਨਾਂ ਦੇ ਉੱਤੇ ਕੋਈ ਹਕੂਮਤ ਰਾਜ ਨਹੀਂ ਕਰ ਸਕਦੀ। ਇਹਨਾਂ ਨੇ ਆਪਣਾ ਰਾਜ ਆਪ ਬੁਲੰਦ ਕੀਤਾ। ਖੈਰ ਆ ਮੈਂ ਸੰਖੇਪ 'ਚ ਕਰਨ ਲੱਗਿਆ ਇਤਿਹਾਸ। ਕਹਿਣ ਲੱਗਿਆ ਮੈਂ ਨਹੀਂ ਚੁੱਕ ਕੇ ਲੈ ਕੇ ਆਇਆ, ਮੇਰੇ ਬੰਦੇ ਚੁੱਕ ਕੇ ਲੈ ਕੇ ਆਇਆ। ਮੈਂ ਉਹਨਾਂ ਨੂੰ ਸਜ਼ਾ ਦਿੱਤੀ ਹੈ, ਮੈਂ ਤੁਹਾਡੇ ਸਾਹਮਣੇ ਕਰ ਦਿੱਤਾ। ਉਹਨਾਂ ਨੂੰ ਬਾਬਾ ਦੀਪ ਸਿੰਘ ਹੁਣਾਂ ਨੇ ਸੋਧਾ ਲਾਇਆ ਤੇ ਉਹ ਤੋਂ ਬਾਅਦ ਉਹਨਾਂ ਦੋਨਾਂ ਨੂੰ ਤੇ ਧੀ ਨੂੰ ਘੋੜੇ ਤੇ ਬਿਠਾਇਆ। ਉਹ ਕਹਿਣ ਲੱਗੇ ਮੇਰੀ ਬੇਗਮ ਦੇ ਕੋਲ ਸੁਰੱਖਿਅਤ ਨੇ। ਨਾਸਰਦੀਨ ਭੱਟੀ ਅੱਜ ਗਲ ਦੇ ਵਿੱਚ ਪੱਲਾ ਪਾ ਕੇ ਮਾਫੀਆਂ ਮੰਗਦਾ ਫਿਰਦਾ ਬਾਬਾ ਦੀਪ ਸਿੰਘ ਸਾਹਮਣੇ। ਆ 100 ਸਿੰਘਾਂ ਦਾ ਜੱਥਾ ਵਾਪਸ ਮੁੜਿਆ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ। ਦਮਦਮਾ ਸਾਹਿਬ ਦੀ ਧਰਤੀ ਤੇ ਕਰਮਚੰਦ ਇੰਨਾ ਕੁ ਪ੍ਰਭਾਵਿਤ ਹੋ ਗਿਆ, ਕਹਿਣ ਲੱਗਿਆ ਮੈਨੂੰ ਵੀ ਅੰਮ੍ਰਿਤ ਛਕਾਓ, ਮੈਨੂੰ ਵੀ ਗੁਰੂ ਕਾ ਖਾਲਸਾ ਬਣਾਓ। ਆ ਗੁਰੂ ਕਾ ਖਾਲਸਾ ਬਣਨ ਤੋਂ ਬਾਅਦ ਇੱਕੋ ਇੱਕ ਗੱਲ ਕਹਿਣ ਲੱਗਿਆ ਕਰਮਚੰਦ ਦਾ ਪਰਿਵਾਰ ਕਰਮ ਸਿੰਘ ਬਣ ਗਿਆ। ਕਹਿਣ ਲੱਗਿਆ ਬਾਬਾ ਦੀਪ ਸਿੰਘ ਨੂੰ ਹੁਣ ਰਹਿੰਦਾ ਕਾਰਜ ਕਰ ਦਵੋ, ਮੇਰੇ ਸਿਰ ਦੇ ਉੱਤੇ ਆਸਰਾ ਕੋਈ ਨਹੀਂ ਰਿਹਾ। ਮੇਰੀ ਨੂੰਹ ਤੇ ਧੀ ਦਾ ਜੇ ਹੋ ਸਕੇ ਇਸ ਗੁਰੂ ਘਰ ਦੇ ਵਾਜਾ ਦਿੱਤਾ। 2 ਸਿੰਘ ਖੜੇ ਹੋਏ ਆ ਬਾਬਾ ਦੀਪ ਸਿੰਘ ਦੀ ਹਜ਼ੂਰੀ ਦੇ ਵਿੱਚ। ਉਹ ਕਰਮ ਸਿੰਘ ਦੀ ਨੂੰਹ ਤੇ ਧੀ ਦਾ ਆਨੰਦ ਕਾਰਜ ਹੋਇਆ। ਉਹ ਪੂਰਾ ਪਰਿਵਾਰ ਨੇ ਹੱਥ ਜੋੜ ਕੇ ਗੱਲ ਆਖੀ ਆ। ਕੱਲਾ ਕਰਮ ਸਿੰਘ ਦਾ ਪਰਿਵਾਰ ਨਹੀਂ ਕਹਿਣ ਲੱਗਿਆ। 1964 ਦੇ ਵਿੱਚ ਜਿਨ੍ਹਾਂ ਦੀਆਂ ਢਾਕਾਂ ਇੱਜ਼ਤਾਂ ਛੁਡਵਾਈਆਂ ਸਿੰਘਾਂ ਨੇ, ਖਾੜਕੂਆਂ ਨੇ, ਇਹ ਕੱਲਾ ਕਰਮ ਸਿੰਘ ਦਾ ਪਰਿਵਾਰ ਨਹੀਂ ਜਿਨ੍ਹਾਂ ਦੀ 60,000 ਬਹੁ ਬੇਟੀਆਂ ਛੜਾਈਆਂ ਨਾ। ਸਰਦਾਰ ਬਾਬਾ ਜੱਸਾ ਸਿੰਘ ਆਲੂਵਾਲੀਆ, ਸਰਦਾਰ ਬਾਬਾ ਜੱਸਾ ਸਿੰਘ ਰਾਮਗੜੀਆ, ਜਿਨ੍ਹਾਂ ਨੇ 2000 ਹਿੰਦੂਆਂ ਦੀਆਂ ਲੜਕੀਆਂ ਛੜਾਈਆਂ। ਕੱਲਾ ਕਰਮ ਸਿੰਘ ਦਾ ਪਰਿਵਾਰ ਨਹੀਂ, ਉਹਨਾਂ ਸਾਰਿਆਂ ਦੇ ਪਰਿਵਾਰ ਜਿਨ੍ਹਾਂ ਦੀਆਂ ਇੱਜ਼ਤਾਂ ਅੱਜ ਤੱਕ ਖਾਲਸਾ ਬਚਾਉਂਦਾ ਆਇਆ। ਆ ਪ੍ਰਸੰਗ ਦੀ ਆਖਰੀ ਕਵਿਤਾ
ਕਾਬਲੇ ਗੌਰ ਅੰਦਾਜ਼, ਕਾਬਲੇ ਗੌਰ ਰਚਨਾ ਰਹਿ ਗਈ ਵਿੱਚ ਦੁਨੀਆ ਦੇ ਸਾਡੀ ਲਾਜ ਸਿੰਘੋ ਸਰਦਾਰੋ। ਆ ਸਾਰੇ ਪਿਆਰ ਭਰੇ ਬੋਲ ਅਰਪਣ ਕਰ ਲੱਗਿਆ ਖਾਲਸੇ ਨੂੰ। ਅੱਜ ਤੱਕ ਜਿਨ੍ਹਾਂ ਦੀ ਖਾਲਸਾ ਇੱਜ਼ਤ ਬਚਾਉਂਦਾ ਆਇਆ ਨਾ, ਉਹਨਾਂ ਨੂੰ ਅੱਜ ਉਹ ਲੋਕ ਆਪਣੇ ਪਿਆਰ ਭਰੇ ਬੋਲਾਂ ਨਾਲ ਖਾਲਸੇ ਨੂੰ ਇੱਕ ਗੱਲ ਦੀ ਵਧਾਈ ਦੇਣ ਲੱਗੇ ਆ। ਉਹ ਵਧਾਈ ਦੇ ਬੋਲ ਢਾਡੀ ਬਲਵਿੰਦਰ ਸਿੰਘ ਕਲਮ ਦੇ ਬੋਲ ਤੇ ਲੁਧਿਆਣੇ ਵਾਲਿਆਂ ਦਾ ਢਾਡੀ ਜੱਥਾ ਆਪ ਸਰਬ ਸੰਗਤ ਦੇ ਸਾਹਮਣੇ ਇਉਂ ਬਿਆਨ ਕਰ। हथ जोड़ करम चंद ते उसदी पत्नी अर्जी गुजारे, गुरु के खालसे आ जाइए करनी तो बलिहारे। हथ जोड़ करम चंद ते उसदी पत्नी शुक्र गुजारे, गुरु के खालसे आ जाइए करनी तो बलिहारे। रहो जुगातीक बस दे, जुगातीक बस दे दुखियां वाले दुख निवारो। रह गई बिच दुनिया दे साडी लाज ਸਿੰਘੋ सरदारो, रह गई बिच दुनिया दे साडी लाज ਸਿੰਘੋ सरदारो। हाकम नोच नोच के खावे, अणकाबिन जिंदगी दे पैंदे पल्ले हो के हावे। जिन गुलामी दा हाकम नोच नोच के खावे, अणकाबिन जिंदगी दा, अणकाबिन जिंदगी दा पैंदा पल्ले हो के हावे। ना डरदे मौत कोलों, डरदे मौत कोलों जीता जन्म तिखी तलवारों। रह गई बिच दुनिया दे साडी लाज ਸਿੰਘੋ सरदारो, रह गई बिच दुनिया दे साडी लाज ਸਿੰਘੋ सरदारो। खालसा बखरी कौम लसानी, मैं चाहना पेट करा सिखी कौम लई जिंदगानी। खुले आलम दे नालों खालसा बखरी कौम लसानी, मैं चाहना पेट करा सिखी
ਕੌਮ ਲਈ ਜ਼ਿੰਦਗਾਨੀ। गुरु वाले हो जाइए, गुरु वाले हो जाइए, कमल सिख धर्म दे बेड़े चाड़ो। रह गई बिच दुनिया दे साडी लाज सिंघो सरदारो, रह गई बिच दुनिया दे साडी लाज सिंघो सरदारो। हो ਅਸੀਂ ਭਾਜੀਆਂ ਮੋੜਨੀਆਂ ਜਾਣਦੇ ਆ, ਸਾਨੂੰ ਧਰਮ ਤੋਂ ਜਾਨਾਂ ਪਿਆਰੀਆਂ ਨਹੀਂ। ਅਸੀਂ ਸਿਰ ਦੇ ਕੇ ਖੁਦ ਲਈਆਂ, ਸਾਨੂੰ ਮਿਲਦੀਆਂ ਕਿਤੋਂ ਸਰਦਾਰੀਆਂ ਨਹੀਂ। ਅਸੀਂ ਸਦਾ ਹਿੱਕ ਤੇ ਬਾਰ ਝੱਲੇ, ਸਾਡੀ ਪਿੱਠ ਤੇ ਕਿਸੇ ਨੇ ਤੇਗਾਂ ਮਾਰੀਆਂ ਨਹੀਂ। ਅਸੀਂ ਇੱਜ਼ਤਾਂ ਬਚਾਈਆਂ, ਇਤਿਹਾਸ ਦੱਸੇ ਜੂਏ ਵਿੱਚ ਜਨਾਨੀਆਂ ਹਾਰੀਆਂ ਨਹੀਂ। ਅਸੀਂ ਸ਼ੇਰਾਂ ਦੇ ਪੋਤਾ ਸ਼ੇਰ, ਲੋਕੋ ਕੁੱਤੇ ਬਿੱਲਿਆਂ ਨਾਲ ਸਾਡੀਆਂ ਯਾਰੀਆਂ ਨਹੀਂ। ਅਸੀਂ ਸ਼ੇਰਾਂ ਦੇ ਪੋਤਾ ਸ਼ੇਰ, ਲੋਕੋ ਕੁੱਤੇ ਬਿੱਲਿਆਂ ਨਾਲ ਸਾਡੀਆਂ ਯਾਰੀਆਂ ਨਹੀਂ। ਅੱਜ ਵੀ ਇਹ ਪੰਜਾਬ ਇੱਜ਼ਤਾਂ ਬਹਾਲ ਕਰਦਾ ਆ। ਇੱਕੋ ਗੱਲ ਕਹਿ ਕੇ ਫਤਿਹ ਬੁਲਾਉਣ ਲੱਗਿਆ, ਸਾਡੇ ਪਿਤਾ ਗੁਰਤੇਗ ਬਹਾਦਰ 9ਵੇਂ ਪਾਤਸ਼ਾਹ, ਜਿਨ੍ਹਾਂ ਦਾ ਸਿਧਾਂਤਕ ਤੌਰ ਤੇ ਸਾਡਾ ਫੈਸਲਾ ਨਹੀਂ ਨਾ ਰਲਦਾ, ਉਹਨਾਂ ਦੇ ਧਰਮ ਦੀ ਖਾਤਰ ਵੀ ਅਸੀਂ ਦਿੱਲੀ 'ਚ ਜਾ ਕੇ ਆਪਣਾ ਸੀਸ ਵਾਰ ਕੇ ਆ ਸਕਦੇ ਆ। ਜੇ ਦੂਸਰਿਆਂ ਦੇ ਘਰ ਦੀਆਂ ਇੱਜ਼ਤਾਂ ਸਾਨੂੰ ਬਚਾਉਣੀਆਂ ਆਉਂਦੀਆਂ ਨੇ ਨਾ, ਤੇ ਸਾਨੂੰ ਆਪਣੇ ਘਰ ਦੀ ਵੀ ਇੱਜ਼ਤ ਬਚਾਉਣੀ ਆਉਂਦੀ ਹੈ। ਸਾਨੂੰ ਆਪਣੇ ਪੰਜਾਬ ਰੂਪੀ ਘਰ ਦੀ ਵੀ ਇੱਜ਼ਤ ਬਚਾਉਣੀ ਆਉਂਦੀ ਆ। ਆਓ 30 ਅਕਤੂਬਰ 1706 ਨੂੰ ਦਮਦਮਾ ਸਾਹਿਬ ਦਾ ਪਹਿਲਾ ਜਥੇਦਾਰ ਥਾਪਿਆ ਗਿਆ ਗੁਰੂ ਗੋਬਿੰਦ ਸਿੰਘ ਵਾਰਜ ਵੱਲੋਂ ਬਾਬਾ ਦੀਪ ਸਿੰਘ ਹੋਣਾ ਨੂੰ। ਉਹਨਾਂ ਦੇ ਜਥੇਦਾਰ ਬਣਨ ਦੇ ਉੱਤੇ 30 ਅਕਤੂਬਰ ਆਉਣ ਵਾਲੀ ਆ, ਉਹਨਾਂ ਦੇ ਜਥੇਦਾਰ ਬਣਨ ਦੇ ਉੱਤੇ ਬਾਬਾ ਦੀਪ ਸਿੰਘ ਨੂੰ ਆਓ ਵਧਾਈਆਂ ਦਈਏ। ਇਹੋ ਜਿਹਾ ਜਥੇਦਾਰ ਲੱਭੀਏ ਬਾਬਾ ਦੀਪ ਸਿੰਘ ਵਰਗਾ, ਜਿਹੜੇ ਜੁਰਤ ਨਾਲ ਫੈਸਲੇ ਲੈਂਦੇ ਆ ਤੇ ਕੌਮ ਦਾ ਸਿਰ ਬੁਲੰਦ ਸਦੀਆਂ ਤੱਕ ਉੱਚਾ ਕਰਦੇ ਆ। ਇੰਨੀ ਕੁ ਬੇਨਤੀ ਕਰਿਓ ਪ੍ਰਵਾਨ। ਇਹ ਜੋ ਜੱਥਾ ਆਪ ਜੀ ਦੀ ਸੇਵਾ ਕਰ ਰਿਹਾ, ਢਾਡੀ ਕਰਮਜੀਤ ਸਿੰਘ ਪਿੰਡ ਮਾਣੇਵਾਲ, ਢਾਡੀ ਪਰਮਜੀਤ ਸਿੰਘ ਰਾਣਮਾ ਤਹਿਸੀਲ ਮਾਛੀਵਾੜਾ ਸਾਹਿਬ ਜ਼ਿਲ੍ਹਾ ਲੁਧਿਆਣਾ, ਸਰੰਗੀ ਵਾਦਕ ਗੁਰਸੇਵਕ ਸਿੰਘ ਪਿੰਡ ਥਰੀਕੇ ਜ਼ਿਲ੍ਹਾ ਲੁਧਿਆਣਾ, ਦਾਸ ਅਮਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਾਂ ਅਵਗੁਣ ਭਰੇ ਏਕ ਗੁਣ ਨਾਹੀ ਮਨਜੀਤ ਸਿੰਘ ਲੁਧਿਆਣਾ। ਆ ਪੂਰੀ ਸਮੂਹ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ, ਪ੍ਰਧਾਨ ਸਾਹਿਬ ਦਾ ਬਹੁਤ ਤਹਿ ਦਿਲੋਂ, ਸਟੇਜ ਸਕੱਤਰ ਸਾਹਿਬ, ਗ੍ਰੰਥੀ ਸਾਹਿਬਾਨ, ਤਿੰਨਾਂ ਦਾ ਧੰਨਵਾਦ। ਆਪ ਸਰਬ ਸੰਗਤ ਦਾ ਧੰਨਵਾਦ। ਵਿਸ਼ੇਸ਼ ਤੌਰ ਦੇ ਉੱਤੇ ਫੇਰ ਦੁਬਾਰਾ ਤੋਂ ਧੰਨਵਾਦ ਢਾਡੀ ਜਸਕਰਨ ਸਿੰਘ, ਜਿਹੜੇ ਢਾਡੀ ਸੁਖ ਨਰਿੰਜਨ ਸਿੰਘ ਸੁਮਣ ਦੇ ਸੁਪੁੱਤਰ ਨੇ, ਜਿਨ੍ਹਾਂ ਦੇ ਬਹੁਤ ਢੱਡ ਦੇ ਸ਼ਾਗਿਰਦ ਨੇ, ਜਿਨ੍ਹਾਂ ਨੇ ਨਾਮਣਾ ਖੱਟਿਆ ਪੰਥ ਦੇ ਅੰਦਰ, ਉਹਨਾਂ ਦੇ ਸੁਪੁੱਤਰ ਨੇ ਢਾਡੀ ਜਸਕਰਨ ਸਿੰਘ, ਢਾਡੀ ਗੁਲਜ਼ਾਰ ਸਿੰਘ ਗੁਲਸ਼ਨ, ਤਿੰਨਾਂ ਦੇ ਸੁਪੁੱਤਰ ਢਾਡੀ ਗੁਰਬਖਸ਼ ਸਿੰਘ ਗੁਲਸ਼ਨ। ਤਿੰਨਾਂ ਨੇ ਗੁਲਸ਼ਨ ਮਹਿਕਾ ਚੈਨਲ ਦੇ ਉੱਤੇ, YouTube ਦੇ ਉੱਤੇ ਤੇ Facebook ਦੇ ਉੱਤੇ ਇਸ ਚੈਨਲ ਨੂੰ, ਇਸ ਪ੍ਰੋਗਰਾਮ ਨੂੰ ਲਾਈਵ ਕੀਤਾ। ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ। ਇਹਨਾਂ ਦੋਨੇ ਵੀਰਾਂ ਦਾ ਬੜਾ ਵੱਡਾ ਬੜਾਪਨ ਹੈ, ਕਿਉਂਕਿ ਢਾਡੀ ਕਿਸੇ ਢਾਡੀ ਨੂੰ ਸੁਣੇ ਬੜਾ ਵੱਡਾ ਮਾਣ ਹੈ। ਨਹੀਂ ਤਾਂ ਸਾਡੇ ਵਿੱਚ ਈਰਖਾ, ਦਬੈਸ਼ ਤੇ ਹੰਕਾਰ ਕਿੰਨਾ ਭਰਦਾ ਜਾਂਦਾ। ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਸਮੱਤ ਬਖਸ਼ੇ। ਪਹਿਲਾਂ ਸਾਡੇ ਸਿੱਖ ਕੌਮ ਦੇ ਪ੍ਰਚਾਰਕਾਂ ਨੂੰ ਬਖਸ਼ੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਸਾਡੀ ਕੌਮ 'ਚ ਏਕਤਾ ਇਤਫਾਕ ਬਖਸ਼ੇ। ਇੰਨੀ ਕੁ ਬੇਨਤੀ ਕਰੋ ਪ੍ਰਵਾਨ। ਢਿੱਲੀ ਫਤਿਹ ਨਾ ਬੁਲਾਇਓ, ਪਤਾ ਲੱਗੇ ਬਾਬਾ ਦੀਪ ਸਿੰਘ ਦਾ ਚੜ੍ਹਦੀ ਕਲਾ ਵਾਲਾ ਪ੍ਰਸੰਗ ਸੁਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਸੋ ਸਤ ਸੰਗਤ ਜੀ, ਇਹ ਸਨ ਪੰਥਕ ਢਾਡੀ ਜਥਾ ਭਾਈ ਮਨਜੀਤ ਸਿੰਘ ਅਤੇ ਉਹਨਾਂ ਦੇ ਸਾਥੀ ਲੁਧਿਆਣੇ ਤੋਂ, ਜਿਨ੍ਹਾਂ ਨੇ ਬਾਬਾ ਦੀਪ ਸਿੰਘ ਦੇ ਜੀਵਨ ਬਾਰੇ ਸੰਗਤਾਂ ਨੂੰ ਇਤਿਹਾਸ ਦੁਆਰਾ ਅਤੇ ਢਾਡੀ ਵਾਰਾਂ ਦੁਆਰਾ ਨਿਹਾਲ ਕੀਤਾ ਹੈ। ਸੋ ਸਮੁੱਚੇ ਜਥੇ ਦਾ ਧੰਨਵਾਦ। ਹੁਣ ਸਤ ਸੰਗਤ ਜੀ, ਜੋ ਹਰੇਕ ਦਸਵੀਂ ਤੇ ਗੁਰੂ ਘਰ ਦਾ ਜੋ ਹਿਸਾਬ ਹੈ ਸੁਣਾਇਆ ਜਾਂਦਾ ਹੈ ਕਿ ਕਿੰਨਾ ਖਰਚ ਹੋਇਆ ਹੈ ਅਤੇ ਕਿੰਨੀ ਆਮਦਨ ਹੋਈ ਹੈ, ਉਹ ਆਪ ਜੀ ਪ੍ਰਧਾਨ ਸਾਹਿਬ ਦੇ ਪਾਸੋਂ ਸਰਵਣ ਕਰੋ ਜੀ।